ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹਿਤ। ਪੁਰਜਾ ਪੁਰਜਾ ਕਟ ਮਰੈ ਕਬੂ ਨ ਛਾਡੈ ਖੇਤ। ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ। ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਡੰਡੋਤ ਬੰਧਨ ਅਨੇਕ ਬਾਰ ਸਰਬ ਕਲਾ ਸਮਰਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਗਿਆਨ ਦੀ ਮੂਰਤ ਗੁਣਾਂ ਦੇ ਭੰਡਾਰ ਰਹਿਮਤਾਂ ਦੇ ਘਰ ਸ਼ਬਦ ਅਵਤਾਰ ਸ਼ਬਦ ਗੁਰਪੀਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਦੇਵ ਪਿਤਾ ਮਹਾਰਾਜ ਜੀ ਦੀ ਮੁਬਾਰਕ ਗੋਦ ਵਿੱਚ ਮੁਬਾਰਕ ਮੁਕੱਦਸ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਤਿਆਗ ਦੀ ਮੂਰਤ ਤੇਗ ਦੇ ਧਨੀ ਸਤਿਗੁਰੂ ਧਰਮ ਰੱਖਿਅਕ ਧਰਮ ਤੁਜਾ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇਸ ਪਾਵਨ ਅਸਥਾਨ ਤੇ ਹਾਜ਼ਰੀਆਂ ਭਰਦੇ ਹਾਂ। ਜੁੜ ਬੈਠੇ ਵਡਭਾਗੀ ਸਤਸੰਗੀ ਜਨੋ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਦੇ ਮਾਂ ਵਾਕਾਂ ਨੂੰ ਕਮਾਉਂਦੇ ਹਾਂ। ਸਤਸੰਗਤ ਰੂਪ ਵਿੱਚ ਜੁੜ ਕੇ ਰੱਬੀ ਕਲਾਮ ਆਸਾਕੀ ਵਾਰ ਦੇ ਰੂਪ ਵਿੱਚ ਸ਼ਬਦ ਕੀਰਤਨ ਦੇ ਰੂਪ ਵਿੱਚ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਬੜੇ ਪਿਆਰ ਨਾਲ ਸ਼ਰਵਣ ਕੀਤਾ ਹੈ। ਮਾਲਕ ਦਾ ਤਰਸ ਹੈ, ਕਿਰਪਾ ਹੈ। ਜੋ ਗੁਰੂ ਪਿਤਾ ਦੀ ਗੋਦ ਵਿੱਚ ਬੈਠੇ ਹੋ ਉਹ ਸ਼ਬਦ ਬੜਾ ਪਿਆਰਾ ਰੋਜ਼ ਆਪਾਂ ਪੜ੍ਹਦੇ ਹਾਂ। ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਇਹ ਦਾਤੇ ਦੀ ਕਿਰਪਾ ਹੈ ਕਿ ਸਤਸੰਗਤ ਵਿੱਚ ਜੁੜ ਬੈਠਣ ਦਾ ਸਮਾਂ ਮਿਲਿਆ। ਨਾਲ ਹੀ ਪਾਵਨ ਦਰਬਾਰ ਵਿਖੇ ਅੰਮ੍ਰਿਤ ਬਾਣੀ ਦੀ ਲੜੀਵਾਰ ਵਿਚਾਰ ਆਰੰਭ ਹੈ। ਗੌੜੀ ਰਾਗ ਵਿੱਚੋਂ ਭਗਤ ਕਬੀਰ ਸਾਹਿਬ ਦੇ ਉਚਾਰੇ ਅੰਮ੍ਰਿਤ ਬਚਨ ਜੋ ਲੜੀ ਕਥਾ ਵਿਚਾਰਦੀ ਹੈ। ਅੱਜ ਦੇ ਪਾਵਨ ਹੁਕਮ ਨੂੰ ਗੁਰੂ ਘਰ ਦੇ ਹੈਡ ਗ੍ਰੰਥੀ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਪਾਸੋਂ ਬੜੇ ਪਿਆਰ ਨਾਲ ਸਰਵਣ ਕੀਤਾ ਹੈ। ਨਾਲ ਹੀ ਅੱਜ ਜੈਸਾ ਆਪ ਸਾਰਿਆਂ ਨੂੰ ਪਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਪੰਥ ਕੇ ਬਾਨੀ ਸਤਿਗੁਰੂ ਗੁਰਦੇਵ ਪਿਤਾ ਮਹਾਰਾਜ ਜੀ ਦੇ ਵੱਡੇ ਫਰਜ਼ੰਦ ਵੱਡੇ ਸਾਹਿਬਜ਼ਾਦਿਆਂ ਦੇ ਅਤੇ ਗੁਰੂ ਕੇ ਪਿਆਰੇ ਗੁਰੂ ਕੇ ਲਾਡਲੇ ਸਿੱਖਾਂ ਦੀ ਸ਼ਹਾਦਤ ਭਾਵ ਸਾਕਾ ਚਮਕੌਰ ਸਾਹਿਬ ਦਾ ਅੱਜ ਦਿਨ ਹੈ। ਸੋ ਆਪਾਂ ਜਿੱਥੇ ਲੜੀਵਾਰ ਸ਼ਬਦ ਵਿਚਾਰ ਨਾਲ ਜੁੜਨਾ ਹੈ ਜੀ, ਉੱਥੇ ਇਤਿਹਾਸਕ ਦਿਹਾੜੇ ਨੂੰ ਮੁੱਖ ਰੱਖ ਕੇ ਗੁਰੂ ਕੇ ਲਾਲਾਂ ਦੀ ਅਦੁੱਤੀ ਅਦਭੁਤ ਸ਼ਹਾਦਤ
ਗੁਰੂ ਪਿਤਾ ਜੀ ਮਹਾਰਾਜ ਦੇ ਉਸ ਮਹਾਨ ਜੀਵਨ ਨੂੰ ਵੀ ਸਮਝਣ ਦਾ, ਦੇਖਣ ਦਾ ਯਤਨ ਕਰਨਾ ਹੈ। ਸੋ ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨੋਬਿਰਤੀਆਂ ਇਕਾਗਰ ਕਰਦੇ ਹਾਂ। ਗੁਰੂ ਫਤਿਹ ਦੀ ਪ੍ਰਵਾਨਗੀ ਬਖਸ਼ੋ, ਲਗਾਓ ਹਾਜ਼ਰੀ, ਕੋਈ ਰਸਨਾ ਵਾਂਝੀ ਨਾ ਰਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਪੰਚਪਦਾ ਅੱਜ ਦੇ ਇਸ ਪਾਵਨ ਬਚਨ ਦਾ ਸਿਰਲੇਖ ਹੈ। ਗੌੜੀ ਰਾਗ ਹੈ ਪੰਚਪਦਾ, ਪੰਜ ਪਦਿਆਂ ਵਾਲਾ ਇਹ ਮੁਬਾਰਕ ਬਚਨ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਅੰਦਰ ਕਾਵਿ ਰੂਪ ਦੀ ਬਹੁਤ ਸਾਰੀ ਵਰਤੋਂ ਗੁਰੂ ਪਿਤਾ ਜੀ ਨੇ ਕੀਤੀ ਹੈ। ਅਲੱਗ-ਅਲੱਗ ਸ਼ਬਦਾਂ ਦੇ ਆਕਾਰ ਹਨ। ਦੁਪਦੇ, ਤਿਪਦੇ, ਚੌਪਦੇ, ਪੰਚਪਦੇ, ਛੰਤ, ਅਸ਼ਟਪਦੀਆਂ ਤੇ ਮਾਰੂ ਰਾਗ ਵਿੱਚ ਅਨਸੋਲੇ। ਇਹ ਸ਼ਬਦ ਦੀ ਬਣਤਰ ਹੈ। ਅਲੱਗ-ਅਲੱਗ ਆਕਾਰ ਨੇ ਸ਼ਬਦਾਂ ਦੇ। ਕੌਣ ਸਾ ਸ਼ਬਦ ਕਿਤਨੇ ਬੰਦ ਦਾ, ਕਿਤਨੇ ਪਦੇ ਦਾ। ਸੋ ਇਹ ਸਿਰਲੇਖ ਵਿੱਚ ਹੈ। ਨਾਲ ਕਿਉਂਕਿ ਇੱਕ ਲੜੀ ਵਿੱਚ ਬਾਣੀ ਹੈ, ਭਗਤ ਕਬੀਰ ਸਾਹਿਬ ਦੀ ਬਾਣੀ ਇਹ ਚਲਦੀ ਪਈ ਹੈ। ਉਸ ਵਿੱਚੋਂ ਅੱਜ ਦਾ ਇਹ ਮੁਬਾਰਕ ਬਚਨ 333 ਨੰਬਰ ਅੰਕ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ੁਭਾਈਮਾਨ ਹੈ। ਬਾਬਾ ਕਬੀਰ ਸਾਹਿਬ ਜੀਵਨ ਦੀ ਇੱਕ ਬੜੀ ਪਿਆਰੀ ਸੱਚੀ ਰੀਤ ਸਮਝਾ ਰਹੇ ਨੇ, ਔਰ ਰੀਤ ਵੀ ਐਸੀ ਹੈ ਕਿ ਸਾਨੂੰ ਉਹ ਬਚਨ ਸੌਖੇ ਸਮਝ ਆ ਜਾਣਗੇ ਜਿਨ੍ਹਾਂ ਨੂੰ ਪੜ੍ਹਦੇ ਹਾਂ। ਸਭਨਾ ਸਾਹੁਰੇ ਵੰਜਣਾ, ਸਭ ਮੁਕਲਾਵਣ ਹਾਰ। ਇਹ ਸ਼ਬਦ ਦਾ ਆਧਾਰ ਹੈ ਕਿ ਸਭਨਾਂ ਨੇ ਇਸ ਦੁਨੀਆ ਤੋਂ, ਇਸ ਪੇਕੇ ਘਰ ਤੋਂ ਸਹੁਰੇ ਘਰ ਜਾਣਾ ਹੈ। ਹਰ ਕਿਸੇ ਦਾ ਮੁਕਲਾਵਾ ਹੋਣਾ ਹੈ। ਸਮਾਂ ਆਪੋ ਆਪਣਾ, ਵਾਰੀ ਆਪੋ ਆਪਣੀ ਹੈ। ਅੱਜ ਦੇ ਸ਼ਬਦ ਦਾ ਵਿਸ਼ਾ ਹੈ। ਰਹਾਉ ਵਿੱਚ ਕਹਿੰਦੇ ਨੇ, ਕਹੋ ਡਡੀਆ ਬਾਧੈ ਧਨ ਖੜੀ, ਪਾਹੂ ਘਰ ਆਏ, ਮੁਕਲਾਊ ਆਏ ਰਹਾਉ। ਕਹੋ, ਆਖੋ, ਦੱਸੋ। ਡਡੀਆ ਬਾਧੈ ਧਨ ਖੜੀ। ਧਨ ਦਾ ਅਰਥ ਹੈ ਇਸਤਰੀ। ਡਡੀਆ ਦਾ ਅਖਰੀ ਅਰਥ ਹੁੰਦਾ ਹੈ ਅੱਧੀ ਧੋਤੀ। ਬਾਂਦੇ ਦਾ ਅਰਥ ਹੈ ਬੰਨ ਕੇ। ਖੜੀ ਦਾ ਅਰਥ ਹੈ ਖਲੋਤੀ ਹੈ। ਇਹ ਇੱਕ ਉਦਾਹਰਣ ਦੇ ਰਹੇ ਨੇ। ਪਾਹੂ ਘਰ ਆਏ, ਮੁਕਲਾਊ ਆਏ। ਪਾਹੂ ਦਾ ਅਰਥ ਹੈ ਪ੍ਰਾਹੁਣੇ, ਮਹਿਮਾਨ, ਲੈਣ ਵਾਲਾ। ਭਾਵ ਤੇਰੇ ਘਰ ਵਿੱਚ, ਤੇਰੇ ਸਹੁਰੇ ਘਰ ਤੋਂ ਤੈਨੂੰ ਲੈਣ ਵਾਲੇ ਪ੍ਰਾਹੁਣੇ ਪਹੁੰਚ ਚੁੱਕੇ ਨੇ। ਮੁਕਲਾਊ ਆਏ, ਮੁਕਲਾਵਾ ਲੈਣ ਵਾਲੇ ਆ ਗਏ ਨੇ। ਪਰ ਇਹ ਬੱਚੀ, ਇਹ ਇਸਤਰੀ, ਇਹ ਜੀਵ ਆਤਮਾ, ਤੂੰ ਤੇ ਅਜੇ ਅੱਧੀ ਧੋਤੀ, ਭਾਵ ਜੋ ਘਰ ਦੀ ਤੇਰੀ ਪੁਸ਼ਾਕ ਹੈ ਤੂੰ ਉਹ ਪਾ ਕੇ ਖਲੋਤੀ ਹੈ। ਤੇਰੀ ਤੇ ਤਿਆਰੀ ਕੋਈ ਨਹੀਂ ਜਾਣਦੀ। ਕੋਈ ਬੰਦਾ ਜਿਵੇਂ ਆਪਣੀ ਘਰ ਆਪਾਂ ਕਿਤੇ ਜਾਣਾ ਹੈ, ਮੰਨ ਲਓ ਕਿਸੇ ਨੇ ਕਿਸੇ ਮਿੱਤਰ ਦੋਸਤ ਜਾਂ ਕਿਸੇ ਰਿਸ਼ਤੇਦਾਰ ਨਾਲ ਜਾਣਾ ਤੇ ਉਹ ਘਰ ਆ ਜਾਏ ਅਚਨਚੇਤ, ਅਸੀਂ ਅਜੇ ਤਿਆਰ ਨਾ ਹੋਈਏ, ਕਹਿੰਦਾ ਕੀ ਗੱਲ ਤੈਨੂੰ ਪਤਾ ਨਹੀਂ ਆਪਾਂ ਜਾਣਾ, ਤੂੰ ਅਜੇ ਤਿਆਰ ਨਹੀਂ ਹੋਇਆ। ਤੇ ਗੁਰੂ ਸਾਹਿਬ ਦੀ ਬਾਣੀ ਵਿੱਚ ਕਬੀਰ ਸਾਹਿਬ ਜੀ ਯਾਦ ਕਰਾਉਂਦੇ ਹੈ, ਕਹਿੰਦੇ ਐ ਜੀਵ ਆਤਮਾ, ਐ ਮਨੁੱਖ, ਤੂੰ ਅਜੇ ਤਿਆਰੀ ਨਹੀਂ ਕੀਤੀ ਜਾਣਦੀ। ਤੂੰ ਤੇ ਅਜੇ ਅੱਧ ਧੋਤੀ, ਭਾਵ ਜੋ ਘਰ ਦੀ ਤੇਰੀ ਪੁਸ਼ਾਕ ਹੈ ਤੂੰ ਉਸ ਵਿੱਚ ਹੈ। ਇੱਥੇ ਹੁਣ ਮੁਕਲਾਵਾ ਲੈਣ ਕੌਣ ਆਇਆ ਹੈ? ਜਮ। ਘਰ ਕਿਹੜਾ? ਪੇਕਾ ਘਰ। ਇਹ ਲੋਕ ਅੱਧ ਧੋਤੀ ਦਾ ਮਤਲਬ ਹੈ ਅਜੇ ਤੂੰ ਦੁਨੀਆ ਦੇ ਕੰਮਾਂ ਵਿੱਚ ਉਲਝਿਆ ਪਿਆ ਹੈ। ਅਜੇ ਤੇਰੀ ਤਿਆਰੀ ਕੋਈ ਨਹੀਂ। ਅਜੇ ਤੂੰ ਚੱਲਣ ਵਾਸਤੇ ਆਪਣੇ ਮਨ ਨੂੰ ਬਣਾਇਆ ਹੀ ਕੋਈ ਨਹੀਂ। ਕਿਉਂਕਿ ਜਦੋਂ ਚੱਲਣ ਦੀ ਗੱਲ ਆਵੇ ਨਾ, ਫਿਰ ਬੰਦਾ ਚਾਹੋ ਚਾਹੀ ਤਿਆਰ ਹੁੰਦਾ ਹੈ, ਬੜਾ ਖੁਸ਼ ਹੁੰਦਾ ਹੈ। ਜਿਵੇਂ ਇਹ ਅੱਜ ਦਾ ਦਿਨ ਹੈ, ਜੰਗ ਸ਼ੁਰੂ ਹੋਣਾ ਹੈ, ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ, ਆਪਾਂ ਸਾਰੀ ਤਕਰੀਬਨ ਗ੍ਰਸਤੀ ਬੈਠੇ ਹਾਂ, ਪਰਿਵਾਰਾਂ ਵਾਲੇ ਹਾਂ। ਜਿਨ੍ਹਾਂ ਦਾ ਬੱਚਾ ਜਵਾਨ ਹੁੰਦਾ ਇਹਨੂੰ ਜਿੱਥੇ ਵੀ ਬੈਠਦੇ ਜਾ ਕੇ ਪਤਾ ਕੀ ਗੱਲ ਕਰਦੇ। ਕੋਈ ਪੁੱਛਦਾ ਜੀ ਤੁਹਾਡਾ ਬੱਚਾ ਤੇ ਜਵਾਨ ਹੋਣਾ? ਕਹਿੰਦੇ ਹਾਂ, ਸਾਡਾ ਪੁੱਤ ਜਵਾਨ ਹੋ ਗਿਆ, ਹੁਣ ਉਸ ਦੇ ਲਈ ਕੋਈ ਰਿਸ਼ਤਾ ਦੱਸੋ, ਕੋਈ ਉਸ ਦੇ ਲਈ ਸਾਕ ਦੱਸੋ। ਤੇ ਪਿਆਰਿਓ, ਅੱਜ ਦੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ
ਉਹ ਵੀ ਆਪਣੇ ਜਵਾਨ ਪੁੱਤ ਬਾਬਾ ਅਜੀਤ ਸਿੰਘ ਨੂੰ ਦੇਖਦੇ ਨੇ। ਉਹਨਾਂ ਦੇ ਮਨ ਦੇ ਅੰਦਰ ਵੀ ਇੱਕ ਚਾਅ ਹੈ, ਮੈਂ ਆਪਣੇ ਪੁੱਤ ਨੂੰ ਵਿਆਹਣ ਲਈ ਤਿਆਰ ਕਰਨਾ ਹੈ। ਉਹ ਵੀ ਆਪਣੇ ਅੰਦਰ ਇੱਕ ਇੱਛਾ ਰੱਖਦੇ ਹੈ ਕਿ ਮੈਂ ਵੀ ਆਪਣੇ ਪੁੱਤਰ ਨੂੰ ਵਿਆਹਣ ਵਾਸਤੇ ਭੇਜਣਾ, ਪਰ ਦੁਨੀਆ ਦੇ ਲੋਕ ਦੁਨਿਆਵੀ ਵਿਆਹ ਦੀ ਉਡੀਕ ਵਿੱਚ ਹੁੰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਬਾ ਅਜੀਤ ਸਿੰਘ ਨੂੰ ਆਖਦੇ, ਪੁੱਤਰ ਜੀ ਆਓ ਮੈਂ ਤੁਹਾਨੂੰ ਤਿਆਰ ਕਰਾਂ, ਆਓ ਮੈਂ ਤੁਹਾਨੂੰ ਸਜਾ ਦਿਆਂ, ਕਿਉਂਕਿ ਜਿਸ ਦਾ ਪੁੱਤ ਜਵਾਨ ਹੋਵੇ ਉਸ ਬਾਪ ਨੂੰ ਫਿਕਰ ਹੁੰਦਾ ਵੀ ਇਸ ਦਾ ਸਮੇਂ ਰਹਿੰਦਿਆਂ ਵਿਆਹ ਕਰਦੇ ਹਾਂ। ਅੱਜ ਮੈਂ ਤੁਹਾਨੂੰ ਵਿਆਹਣ ਵਾਸਤੇ ਤੋਰਨ ਲੱਗਾ। ਸਾਰੇ ਸਿੰਘ ਹੈਰਾਨ ਨੇ ਕਿ ਗੁਰੂ ਪਿਤਾ ਜੀ ਮੈਦਾਨੇ ਜੰਗ ਭਖਿਆ ਪਿਆ, 10 ਲੱਖ ਦਾ ਘੇਰਾ ਹੈ, ਤਕਰੀਬਨ 15 ਕੁ ਸਿੰਘ ਸ਼ਹੀਦ ਹੋ ਗਏ ਹੈ, ਤੇ ਆਪਾਂ ਗੁਰੂ ਦਾਤੇ ਦੇ ਮੁਖੋਂ ਇਹ ਬੋਲ ਸੁਣ ਰਹੇ ਹਾਂ। ਬੜੀ ਅਜੀਬੋ ਗਰੀਬ ਗੱਲ ਹੈ, ਲੇਕਿਨ ਰਮਜ਼ਾਂ ਦੇ ਮਾਲਕ ਧੰਨ ਗੁਰੂ ਕਲਗੀਧਰ ਪਾਤਸ਼ਾਹ ਬਾਬਾ ਅਜੀਤ ਸਿੰਘ ਜੀ ਨੂੰ ਨੇੜੇ ਬੁਲਾਉਂਦੇ ਨੇ। ਬਾਬਾ ਅਜੀਤ ਸਿੰਘ ਜੀ ਦਾ ਹੱਥ ਚੁੰਮਦੇ ਨੇ ਤੇ ਮੂੰਹ ਤੋਂ ਬਚਨ ਕਰਦੇ ਨੇ, ਪੁੱਤਰ ਜੀ ਇਹ ਤੁਹਾਡੀ ਦਾਦੀ ਵੱਲੋਂ ਪਿਆਰ ਹੈ, ਕਿਉਂਕਿ ਇੱਥੇ ਆਪਾਂ ਦੋਨੋਂ ਹੀ ਬੈਠੇ ਹਾਂ। ਇੱਥੇ ਪਰਿਵਾਰ ਦਾ ਹੋਰ ਕੋਈ ਜੀ ਨਹੀਂ ਕਿ ਛੋਟੇ ਭਰਾ ਤੋਂ ਅਲੱਗ, ਲੇਕਿਨ ਤੁਸੀਂ 4 ਭਰਾ ਹੋ, ਤੁਹਾਡੀਆਂ ਮਾਤਾਵਾਂ ਨੇ, ਤੁਹਾਡੀ ਦਾਦੀ ਜੀ ਹੈ, ਤੇ ਅੱਜ ਮੇਰਾ ਫਰਜ਼ ਬਣਦਾ ਹੈ ਕਿ ਮੈਂ ਤੁਹਾਨੂੰ ਆਪ ਹੱਥੀਂ ਤਿਆਰ ਕਰਾਂ ਤੇ ਸਾਰਿਆਂ ਦਾ ਪਿਆਰ ਵੀ ਤੁਹਾਡੇ ਤੇ ਆਪ ਨਿਸ਼ਾਵਰ ਕਰਾਂ। ਬਹੁਤ ਕੁਛ ਯਾਨੀ ਸੋਹਣ ਸਿੰਘ ਸੀਤਲ ਸਾਹਿਬ ਹੋਰਾਂ ਨੇ, ਹੋਰ ਕਈ ਵਿਦਵਾਨਾਂ ਨੇ ਲਿਖਿਆ, ਉਹ ਦ੍ਰਿਸ਼ ਬਣਾਉਂਦੇ ਨੇ। ਕਹਿੰਦੇ ਹੱਥ ਚੁੰਮਿਆ ਗੁਰੂ ਕਲਗੀਧਰ ਬਾਪੂ ਨੇ ਤੇ ਆਖਦੇ, ਪੁੱਤਰ ਅਜੀਤ ਸਿੰਘ ਇਹ ਦਾਦੀ ਵੱਲੋਂ ਪਿਆਰ ਹੈ। ਫਿਰ ਮੱਥਾ ਚੁੰਮਦੇ ਨੇ, ਇਹ ਤੁਹਾਡੀਆਂ ਮਾਤਾਵਾਂ ਵੱਲੋਂ ਪਿਆਰ ਹੈ। ਫਿਰ ਦੂਸਰਾ ਹੱਥ ਚੁੰਮਦੇ ਨੇ, ਇਹ ਤੁਹਾਡੇ ਛੋਟੇ ਭਰਾਵਾਂ ਵੱਲੋਂ ਪਿਆਰ ਹੈ। ਫਿਰ ਗਲਵੱਕੜੀ ਚ ਲੈਂਦੇ ਨੇ, ਕਹਿੰਦੇ ਇਹ ਤੁਹਾਡੇ ਪਿਤਾ ਦਾ ਪਿਆਰ ਹੈ। ਪੁੱਤਰਾ ਤਿਆਰ ਹੋ ਕੇ ਜਾਓ। ਲੇਕਿਨ ਗੱਲ ਹੈ ਜਦੋਂ ਵਿਆਹਣ ਜਾਈਦਾ ਉੱਥੇ ਵਾਜੇ ਵੱਜਦੇ ਹੈ, ਉੱਥੇ ਲੋਕ ਸਵਾਗਤ ਕਰਦੇ ਹੈ, ਉੱਥੇ ਲੋਕ ਫੁੱਲਾਂ ਦੀ ਵਰਖਾ ਕਰਦੇ ਹੈ, ਪਰ ਪੁੱਤਰ ਜੀ ਮੈਂ ਆਪਣੇ ਪੁੱਤ ਨੂੰ ਜਿਸ ਵਿਆਹ ਵਾਸਤੇ ਤੋਰਨ ਲੱਗਾ, ਨਗਾਰੇ ਤੇ ਇੱਥੇ ਵੀ ਸੁਣਾਈ ਦੇਣਗੇ, ਪਰ ਇੱਥੇ ਫੁੱਲ ਨਹੀਂ ਹੋਣਗੇ, ਇੱਥੇ ਤੀਰਾਂ ਦੀ ਵਿਛਾੜ ਹੋਏਗੀ। ਇੱਥੇ ਆਓ ਜੀ ਆਇਆਂ ਨੂੰ ਨਹੀਂ ਕਿਹਾ ਜਾਣਾ, ਇੱਥੇ ਆਖਿਆ ਜਾਣਾ ਫਕੜ ਲਓ, ਮਾਰ ਲਓ, ਦੌੜ ਨਾ ਜਾਏ। ਇੱਥੇ ਗੋਲੀਆਂ ਦੀਆਂ ਵਿਛਾੜਾਂ ਹੋਣਗੀਆਂ। ਤੇ ਪੁੱਤਰ ਜੀ ਮੇਰੇ ਦਿਲ ਦੀ ਖਾਹਿਸ਼ ਹੈ, ਇੱਛਾ ਹੈ, ਮੈਂ ਚਾਹੁੰਦਾ ਮੇਰਾ ਪੁੱਤ ਉਸੇ ਆਨੰਦ ਵਿੱਚ ਜਾਵੇ ਜਿਸ ਆਨੰਦ ਦੇ ਅੰਦਰ ਇੱਕ ਲਾੜਾ ਵਿਆਹੁਣ ਲਈ ਖੁਸ਼ੀ ਅੰਦਰ ਪ੍ਰਗਟ ਕਰਦਾ ਹੈ, ਤੇ ਉਸ ਦਾ ਸਨਮਾਨ ਜਦੋਂ ਹੋਵੇ ਉਸ ਦਾ ਚਿਹਰਾ ਨੂਰਾਨੀ ਤੇ ਲਾਲ ਹੋ ਜਾਂਦਾ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਵੱਡੇ ਲਖਤੇ ਜਿਗਰ ਫਰਜ਼ੰਦ ਬਾਬਾ ਅਜੀਤ ਸਿੰਘ ਨੇ ਗੁਰੂ ਦੇ ਚਰਨੀ ਹੱਥ ਲਾਇਆ ਤੇ ਬਚਨ ਕੇ, ਪਿਤਾ ਜੀ ਜੋ ਮੇਰੇ ਪਿਤਾ ਜੀ ਦੇ ਮਨ ਦਾ ਚਾਅ ਹੈ, ਮੇਰੀ ਆਪ ਦੇ ਚਰਨਾਂ ਵਿੱਚ ਬੇਨਤੀ ਹੈ, ਤੁਸੀਂ ਮੇਰੇ ਪਿਤਾ ਵੀ ਹੋ ਤੇ ਮੇਰੇ ਲਈ ਗੁਰੂ ਹੋ। ਤੇ ਸਿੱਖ ਨੇ ਜੋ ਕੁਝ ਇੱਛਾ ਪੂਰੀ ਕਰਨ ਦੀ ਜਾਚਨਾ ਕਰਨੀ ਆਪਣੇ ਗੁਰੂ ਕੋਲੋਂ ਕਰਨੀ ਹੈ। ਮੈਂ ਇੱਥੇ ਇੱਕ ਪਿਤਾ ਦੀ ਇੱਛਾ ਪੂਰੀ ਕਰਨ ਵਾਸਤੇ ਇੱਕ ਗੁਰੂ ਕੋਲੋਂ ਅਰਜ਼ੋਈ ਕਰ ਮੰਗ ਕਰਦਾ ਕਿ ਮੇਰੇ ਸਤਿਗੁਰੂ ਮੇਰੇ ਤੇ ਕਿਰਪਾ ਕਰਿਓ, ਉੱਤਮ ਉਤਸ਼ਾਹ ਬਖਸ਼ਿਓ, ਐਸਾ ਜਜ਼ਬਾ ਬਖਸ਼ੋ ਕਿ ਮੇਰੇ ਪਿਤਾ ਦੀ ਸਦਰ ਪੂਰੀ ਹੋ ਸਕੇ। ਜੋ ਮੇਰਾ ਪਿਤਾ ਚਾਹੁੰਦਾ ਹੈ ਉਹ ਪੂਰਾ ਹੋ ਸਕੇ, ਐਸੀ ਕਿਰਪਾ ਕਰ ਦਿਓ। ਗੁਰੂ ਕਲਗੀਧਰ ਬਾਪੂ ਨੇ ਗਲੇ ਲਗਾ ਲਿਆ। ਤਿਆਰੀ ਪੂਰੀ ਹੈ, ਸ਼ਸਤਰ ਕਲਗੀ ਸਭ ਗੁਰੂ ਨੇ ਆਪ ਤਿਆਰ ਕੀਤੇ ਤੇ ਉਹ ਬਾਪੂ ਤਿਆਰ ਕਰਕੇ ਟੋਰਦਾ। ਮੈਂ ਇਸ ਲਈ ਕਿਉਂਕਿ ਅੱਜ ਦਿਨ ਵੀ ਹੈ ਤੇ ਇਹ ਜਿਹੜੇ ਬਚਨ ਨੇ ਨਾ ਕਿ ਕਹੋ ਡਡੀਆ ਬਾਧੈ ਧਨ ਖੜੀ, ਪਾਹੂ ਘਰ ਆਏ ਮੁਕਲਾਹੂ ਆਏ। ਪਤਾ ਹੈ ਵੀ ਇੱਥੇ ਵਿਆਹਣ ਵਾਲੇ ਖਲੋਤੇ ਹੈ ਤੇ ਬਾਪੂ ਨੇ ਆਪਣੇ ਪੁੱਤ ਨੂੰ ਆਪ ਤਿਆਰ ਕੀਤਾ ਹੈ। ਤੇ ਗੁਰੂ ਸਾਨੂੰ ਸਮਝਾ ਰਹੇ ਹੈ, ਕਹਿੰਦੇ ਆ ਦੁਨੀਆ ਦੇ ਲੋਕੋ ਸਭਨਾ ਜ਼ਾਉਰ ਹੈ ਵੰਜਣਾ ਪਤਾ ਹੈ, ਸਭਨਾਂ ਨੂੰ ਪਤਾ ਹੈ ਕਿ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਭੀ ਜਾਣ। ਸਭਨਾਂ ਨੂੰ ਇਸ ਗੱਲ ਦਾ ਇਲਮ ਹੈ, ਪਤਾ ਹੈ,
घर घर एहो पहुँचा सदड़े नित पवन सदन हारा सिमरिए नानक से दे आवन। मौत की गल है, सबना नूं आउणी है, पर मौत मौत विच अंतर है। एक नूं जबरी तैयार किया जाता है, एक चाਉਂ ਚਾਈ तैयार होके जाता है। उन्हां दे जीवन वडियाई दे शोभा दे मान दे पात्र ने, जिहड़े गुरु हुक्म कमा के अपनी तैयारी रखते हैं, जिन्हां नूं पता है कि मेरे बाबे ने बाणी च कह दिता है कि जो दिन आवे सो दिन जाही, करना कूच रहन थिर नाही, संग चलत है हम भी चलना दूर गवन, सिर ऊपर मरना। फिर कहने क्या तू सोया, जाग ए आना तै जीवन जग सच कर जाना। कहते तू इस जगत विच, इस मोह माया दे पसारे विच ही उलझ के बैठा है, तैनू चेता ही नहीं रहा भी सदन वाले आ गए है, मौत सिर ते है, इथों कूच करके जाना है। इस करके बाबा कबीर साहब अज सानू समझाते ने, कहते हैं पेवकड़े दिन चार हैं साहुर रह जाना। पेवकड़े पेका घर, पेके घर की 4 दिन की गल है, सबना ने जाना है गुरु प्यारे हो। कोई पेके घर सदा नहीं रहिंदा, क्योंकि इत्थे संबोधन जीव आत्मा नूं जीव इस्त्री रूप विच है, ते बच्ची ने धी राणी ने पेके घर दे समय नूं पूरा करना है ते अपने सोहरे घर जाना है। ते बाबा जी कहते ने कि पेवकड़े दिन 4 हैं, 4 दिन अपनी नौबत चले बजाए, भावें कोई राजा ही क्यों ना होवे, 4 दिन की गल है। ये जगत की यात्रा साडी 4 दिन की है। इस 4 दिन के जीवन के वास्ते, एक 4 दिन का भाव ये नहीं भी 4 दिन खास कैलेंडर की डेट मुताबक 4 दिन की गल है। बाबा जी ने एक टाइम दसता भी तेरा समा बड़ा थोड़ा जा है, बहुत थोड़े समय वास्ते दुनिया विच जीव आत्मा इस शरीर नूं लैके आई है, एक नियत समय इथों तुरेगा। इस करके तैयारी रख, वरना अंधा लोक न जाने मूरख ए आना। मोह माया विषय विकारां विच गलतान जिहड़ा मनुख है ना, मूरख है, ये आना है, वो इस सच नूं नहीं जानता भी इत्थों जाना है। ताही ते इस संसार विच आके लोग मरने नूं विसार दिंदे ने ते जीवन दियां आसावां बन के बैठे हुए ने, पर उन्हां नूं नहीं पता राणा राओ ना को रह रंग ना तुंग फकीर, वारी आपो अपनी कोई न बंधे तीर। सबना ने जाना है, पर अंधा लोक ना जाने, मूरख ए आना। ते भगत कहते ने भी मरना ते है, मौत ते निश्चित है, पर अपने जीवन नूं ऐसा बना के जाओ। आ देखो बाबा अजीत सिंह जी, बाबा जुझार सिंह जी, बाबा जोरावर सिंह जी, बाबा फतेह सिंह जी, इस उम्र नूं कह सकते हैं भी थोड़ी जी उम्र है। शब्द की नाल है बाबा। जिन्हां उमरां विच साडे बच्चिआं नूं उंगल फड़ असीं गुरुद्वारे लैके आने आ, उन्हां उमरां विच उन्हां ने हिंदुस्तान दी हुकूमत नूं ललकार दिता। उन्होंने उस छोटी उम्र के अंदर दुनिया नूं समझा दिता, जेड़े गुरु दे लड़ लगे हुंदे ने, जेड़े बाणी ते बाणे दे पक्के हुंदे ने, जिन्हां दे अंदर जज्बा हुंदा है, जिन्हां दे अंदर पक्याई हुंदी है, उत्थे उमरां नहीं, उत्थे उन्हां दे कारनामे लोग याद करते हैं। क्योंकि निक्कियां जिंदा वड्डे साके करके गईयां, उन्हां साकियां दी गल है, गुरु आप तैयार करके भेजते हैं। हुण देखो ना, जदों बाबा अजीत सिंह जी नूं तोरदे ने, इत्थे ते मूरख लोक ना, अंधा लोक ना जानी मूरख है आना। इत्थे ते तैयारी पता है जाना है, फिर भी मोह माया दे विच गलतान। ते बाबा जी क्या रोज पढ़ाउंदे सानू बाणी विच, मोह माया कै संग ना लेप, मन में रख है हर हर एक। गुरु साहब क्या समझाउंदे ने, जो छड्डना सो अस्थिर कर मन है, जो होवन सो दूर परान है, छोड़ जाए तिसका श्रम करे संग सहाई
ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦਾ ਪ੍ਰੀਤ ਭਸਮ ਸੰਗ ਹੋਏ। ਹਜ਼ੂਰ ਨੇ ਤੇ ਹਰ ਪੱਖ ਨੂੰ ਬਾਣੀ ਵਿੱਚ ਸਮਝਾਇਆ ਸਾਨੂੰ। ਗੁਰਦੇਵ ਹਰ ਪਹਿਲੂ ਨੂੰ ਸਮਝਾ ਰਹੇ ਨੇ। ਪਰ ਬਾਬਾ ਕਬੀਰ ਸਾਹਿਬ ਅੱਜ ਕਹਿੰਦੇ ਨੇ ਮੂਰਖ ਲੋਕ ਜਿਹੜੇ ਨੇ, ਇਆਣੇ ਜਿਹੜੇ ਲੋਕ ਨੇ, ਉਹ ਸੱਚ ਤੋਂ ਮੁਨਕਰ ਹੋਏ ਬੈਠੇ ਆ, ਉਹ ਨਹੀਂ ਸਮਝ ਰਹੇ। ਤੇ ਬਾਬਾ ਅਜੀਤ ਸਿੰਘ ਜੀ ਨੂੰ ਤੋਰ ਦਿੱਤਾ। ਮੈਦਾਨੇ ਜੰਗ ਵਿੱਚ ਹੈ ਕੋਈ ਦੁਨੀਆ ਵਿੱਚ ਬਾਪੂ ਜਿਹੜਾ ਆਪਣੇ ਬੱਚਿਆਂ ਨੂੰ ਹੱਥੀਂ ਤੋਰਦਾ ਹੈ? ਭਾਈ ਸਾਹਿਬ ਗੱਲ ਕਰ ਰਹੇ ਸੀ ਨਾ, ਬੁਖਾਰ ਹੀ ਚੜਿਆ ਹੋਵੇ ਤੇ ਹਾਏ ਹਾਏ ਕਰਦਾ ਬੰਦਾ। ਬੱਚੇ ਨਾਲੋਂ ਜ਼ਿਆਦਾ ਤੇ ਆਪਣੀ ਤੜਫਣਾ ਹੁੰਦੀ ਹੈ। ਲੇਕਿਨ ਧੰਨ ਗੁਰੂ ਕਲਗੀਧਰ ਪਾਤਸ਼ਾਹ, ਇਸੇ ਕਰਕੇ ਤੇ ਕਵੀਆਂ ਨੂੰ ਕਹਿਣਾ ਪੈ ਗਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਤੁਹਾਡਾ ਕੋਈ ਸ਼ਾਨੀ ਨਹੀਂ ਹੈ। ਅੱਲਾ ਯਾਰ ਖਾਂ ਜੋਗੀ ਦੀ ਕਿਤੇ ਲਿਖਤਾਂ ਪੜ੍ਹੋ, ਗੰਜ ਸ਼ਹੀਦਾਂ ਸ਼ਹੀਦਾਨ ਵਫਾ। ਹੈਰਾਨ ਹੁੰਦੇ ਆ ਕਿ ਉਹ ਦ੍ਰਿਸ਼ ਕਿਸ ਤਰੀਕੇ ਨਾਲ ਉਹਨਾਂ ਨੇ ਬਣਾਏ ਨੇ। ਉਹ ਕਿਆ ਉਹਨਾਂ ਨੇ ਉਸ ਦ੍ਰਿਸ਼ ਨੂੰ ਪੇਸ਼ ਕੀਤਾ। ਜਦੋਂ ਪੜ੍ਹਦੇ ਆ ਨਾ ਅੱਲਾ ਯਾਰ ਖਾਂ ਨੂੰ, ਇੰਜ ਲੱਗਦਾ ਵਾਕਈ ਰਣ ਤੱਤਾ ਹੈ ਤੇ ਵਾਕਈ ਨੀਹਾਂ ਸਾਹਮਣੇ ਚਿਣੀਆਂ ਜਾ ਰਹੀਆਂ। ਤੇ ਉਹਨਾਂ ਦੇ ਇਸ ਜਜ਼ਬੇ ਦੇ ਉੱਤੇ ਹੀ ਅਸੀਂ ਕਈ ਵਾਰੀ ਉਹ ਚੀਜ਼ਾਂ ਪੜ੍ਹਦੇ ਸੁਣਦੇ ਹਾਂ ਕਿ ਕਿਆ ਗੋਬਿੰਦ ਸਿੰਘ ਤੇਰੀ ਤਾਰੀਫ ਕਰੂੰ ਜੋ ਤੂਨੇ ਪਰਉਪਕਾਰ ਕੀਏ। ਐ ਤੇਗ ਕੇ ਬੇਟੇ ਤੇਗ ਪਕੜ दुखियों के काट जंजाल दिए। इस मुल्को वतन की खिदमत में कहीं बाप दिया कहीं लाल दिए। सच्चे पातशाह मैं की तेरी शोभा बयान करा। हुण रण तत्ता चमकौर दी गढ़ी, क्योंकि जदों गुरु पातशाह ने जे उस दृश्य नूं लैके चलीए, खैर आपां शब्द भी विचारना है। ਚਮਕੌਰ ਸਾਹਿਬ ਦੀ ਅੱਜ ਸਾਹਿਬ ਕਹਿ ਕੇ ਅਸੀਂ ਦੇਖੋ, ਕੱਚੀ ਗੜੀ ਵੀ ਗੁਰੂ ਦੇ ਚਰਨਾਂ ਨਾਲ ਉਹ ਸਾਹਿਬ ਹੋ ਗਈ। ਚਮਕੌਰ ਨਗਰ ਸਾਹਿਬ ਸ਼ਬਦ ਗੁਰੂ ਕਾ ਸ਼ੋਭਾ ਵਾਲਾ, ਗੁਰੂ ਦੇ ਮੁਬਾਰਕ ਚਰਨਾਂ ਨਾਲ ਉਸ ਨੂੰ ਵੀ ਸਨਮਾਨ ਮਿਲਦਾ ਹੈ। ਤੇ ਗੁਰੂ ਪਿਆਰਿਓ, ਉਸ ਗੜੀ ਵਿੱਚ ਜਦੋਂ ਘੇਰਾ ਪੈਂਦਾ ਹੈ ਤੇ ਅੰਦਰ 40 ਭੁੱਖੇ, ਸ਼ਸਤਰ ਵੀ ਥੋੜੇ, ਸਰਦੀ ਦੀ ਰੁੱਤ, ਸਰਸਾ ਪਾਰ ਕੀਤੀ ਹੋਈ, ਪਰਿਵਾਰ ਦੇ ਵਿਛੋੜੇ ਦਾ ਸਾਰਿਆਂ ਨੂੰ ਹੀ ਅਹਿਸਾਸ ਹੈ। ਤੇ ਬਾਹਰੋਂ ਜਿਹੜੇ 10 ਲੱਖ ਦੀ ਆਪਾਂ ਗਿਣਤੀ ਪੜ੍ਹਦੇ ਸੁਣਦੇ ਹਾਂ, ਇਤਿਹਾਸ ਨੂੰ ਕਿਤੇ ਵਾਚੋ ਨੇੜੇ ਹੋ ਕੇ, ਤੇ ਉਹ ਦ੍ਰਿਸ਼ ਬਣਦਾ ਵੀ ਉਹਨਾਂ ਨੇ ਹਮਲਾ ਕਰਨ ਵਾਸਤੇ ਇੱਕ ਟੁਕੜੀ ਭੇਜ ਛੱਡੀ ਕਿ ਵੀ ਥੋੜੇ ਜਿਹੇ ਬੰਦੇ ਜਾਓ, ਇਹਦੇ ਅੰਦਰ 40 ਨੇ। ਪਰ ਜਿਵੇਂ ਹੀ ਗੜੀ ਵੱਲ ਨੂੰ ਚੱਲਦੇ ਹੈ, ਤੀਰਾਂ ਦੀ ਬੁਛਾੜ ਹੁੰਦੀ ਹੈ, ਪੂਰੇ ਦੇ ਪੂਰੇ ਜੱਥੇ ਨੂੰ ਮਲੀਆ ਮੇਟ ਕਰ ਦਿੱਤਾ ਜਾਂਦਾ ਹੈ। ਕਿਉਂਕਿ ਤੀਰ ਜਿਹੜਾ ਹੈ ਨਾ, ਜਦੋਂ ਕਿਸੇ ਭੀੜ ਉੱਤੇ ਛੱਡਿਆ ਜਾਵੇ, ਉਹ ਇੱਕ ਦਾ ਸ਼ਿਕਾਰ ਨਹੀਂ ਕਰਦਾ, ਉਹ ਕਈਆਂ ਨੂੰ ਵਿੰਨ ਕੇ ਤੁਰ ਜਾਂਦਾ ਹੈ। ਦੂਜਾ ਜੱਥਾ ਜਾਂਦਾ ਹੈ, ਤੀਰ ਸਨ ਅਜੇ, ਤੀਰਾਂ ਦੀ ਬੁਛਾੜ ਨਾਲ ਹੀ ਉਹਨਾਂ ਨੂੰ ਗੜੀ ਤੋਂ ਦੂਰ ਰੱਖਿਆ ਜਾਂਦਾ ਹੈ। ਲੇਕਿਨ ਅੰਦਰ ਯੁੱਧ ਕਲਾ ਦੇ ਨਿਪੁੰਨ ਗੁਰਦੇਵ ਸਮਰੱਥ ਸਤਿਗੁਰੂ ਕਹਿੰਦੇ ਆ, ਸਿੰਘੋ ਜੇ ਆਪਾਂ ਖਾਲੀ ਤੀਰਾਂ ਦਾ ਇਸਤੇਮਾਲ ਕਰਦੇ ਹਾਂ ਤੇ ਇਹਨਾਂ ਨੇ ਗੜੀ ਦੇ ਬਹੁਤ ਨੇੜੇ ਆਣਾ ਹੈ। ਆਪਾਂ ਥੋੜਾ ਸੰਭਲ ਕੇ, ਕਿਉਂਕਿ ਸਾਡੇ ਕੋਲ ਸ਼ਸਤਰ ਥੋੜੇ ਨੇ ਤੇ ਬਾਹਰਲਿਆਂ ਦੀ ਵੀ ਸੋਚ ਚੱਲਦੀ ਹੈ। ਉਹ ਵੀ ਕਹਿੰਦੇ ਇਤਨੇ ਤੀਰ ਛੱਡ ਕੇ ਇਤਨੇ ਬੰਦਿਆਂ ਦੀਆਂ ਲਾਸ਼ਾਂ ਦੇ ਢੇਰ ਲਾਤੇ, ਹੁਣ ਤੀਰ ਖਬਰੇ ਮੁੱਕ ਗਏ। ਪਰ ਗੁਰੂ ਦੀ ਯੁੱਧ ਨੀਤੀ ਸੀ। ਉਹਨਾਂ ਨੇ ਕਿਹਾ ਹੁਣ ਆਪਾਂ ਆਪਣੇ ਵੱਲੋਂ ਨਹੀਂ ਕੁਝ ਕਹਿਣਾ, ਸ਼ਾਂਤ ਰਹੋ, ਜਦੋਂ ਨੇੜੇ ਆਣਗੇ ਉਦੋਂ ਵੇਖਾਂਗੇ। ਤੇ ਇਤਿਹਾਸ ਦੇ ਵਿੱਚ ਜ਼ਿਕਰ ਹੈ ਵੀ ਅਜੇ ਇੱਕ ਵੀ ਸਿੰਘ ਬਾਹਰ ਨਹੀਂ ਸੀ ਨਿਕਲਿਆ, ਪਹਿਲਾਂ ਗੜੀ ਤੋਂ ਇਹਨਾਂ ਨੂੰ ਦੂਰ ਰੱਖਿਆ। ਪਰ ਮਲੇਰਕੋਟਲੇ ਦਾ ਜਿਹੜਾ ਸੈਨਾ ਲੈ ਕੇ ਆਉਂਦਾ ਨਾਹਰ ਖਾਨ, ਉਹ ਆ ਕੇ ਦੇਖਦਾ ਹੈ ਕਿ ਇਤਨੇ ਸਾਰੇ ਲਾਸ਼ਾਂ ਦੇ ਢੇਰ ਨੇ, ਫੌਜ ਅਜੇ ਦੂਰ ਗੜੀ ਤੋਂ ਖਲੋਤੀ ਹੈ। ਉਹ ਖੁਸ਼ ਬੜਾ ਹੋਇਆ, ਕਹਿੰਦਾ ਕੀ ਗੱਲ ਫਤਿਹ ਕਰ ਲਿਆ? ਉਸਦੇ ਮਨ ਵਿੱਚ ਤੇ ਸੀ ਵੀ ਇਹ ਬਾਹਰ ਖਲੋਤੇ ਨੇ, ਇਤਨੇ ਸਾਰੇ ਮਰੇ ਪਏ ਸਾਡੇ, ਹੋ ਸਕਦਾ ਵੀ ਗੁਰੂ ਸਾਹਿਬ ਨੂੰ ਇਹਨਾਂ ਨੇ ਮਾਰ ਮੁਕਾਇਆ ਹੋਵੇ, ਕਿਉਂਕਿ ਅਜੇ ਯੁੱਧ ਨਹੀਂ ਚੱਲ ਰਿਹਾ। ਤੇ ਆ ਕੇ ਆਖਦਾ ਹੈ, ਉੱਥੇ ਗਨੀ ਖਾਂ ਨਾਂ ਦਾ ਜਰਨੈਲ ਖਾਂ ਉੱਥੇ ਜਿਹੜੇ ਖਲੋਤੇ ਨੇ, ਉਹਨਾਂ ਆਗੂਆਂ ਨੂੰ, ਉਹਨਾਂ ਸਿਪਾਹ ਸਲਾਹਕਾਰਾਂ ਨੂੰ ਕਹਿੰਦਾ ਕੀ ਗੱਲ ਵੀ ਹੋ ਗਿਆ ਕੰਮ? ਉਹ ਕਹਿੰਦੇ ਕੰਮ ਨਹੀਂ, ਆ ਵੇਖ ਸਾਡੇ ਹੀ ਮਾਰ ਮੁਕਾਏ ਉਹਨਾਂ ਨੇ। ਤੇ ਕਹਿੰਦਾ ਹੈ ਇਤਨੇ ਤੀਰ ਉਹਨਾਂ ਨੇ ਕੱਢ ਮਾਰੇ,
ਉਹਨਾਂ ਕੋਲ ਸ਼ਸਤਰ ਹੁਣ ਥੋੜੇ ਨੇ, ਆਓ ਹਮਲਾ ਕਰਦੇ ਆ। ਤੇ ਨਾਹਰ ਖਾਨ ਨੂੰ ਗਨੀ ਖਾਂ ਜਰਨੈਲ ਕਹਿੰਦਾ ਹੈ, ਨਾਹਰ ਖਾਂ ਮੰਨਿਆ ਤੂੰ ਚੰਗਾ ਯੋਧਾ ਹੈ, ਮੰਨਿਆ ਤੈਨੂੰ ਵੀ ਯੁੱਧ ਨੀਤੀ ਦੀ ਬੜੀ ਸਮਝ ਹੈ, ਪਰ ਆਪਣੀ ਫੌਜ ਦਾ ਕੋਈ ਵੀ ਬੰਦਾ ਹੁਣ ਅੱਗੇ ਜਾਣ ਨੂੰ ਤਿਆਰ ਨਹੀਂ, ਡਰੀ ਜਾਂਦੇ ਹੈ। ਕਾਰਨ ਕੀ ਹੈ? ਜਿਹੜੇ ਗੜੀ ਵਿੱਚ ਨੇ ਉਹ ਗੁਰੂ ਦੇ ਪਿਆਰ ਨੂੰ ਸਮਰਪਿਤ ਨੇ, ਜਿਹੜੇ ਬਾਹਰ ਨੇ ਉਹ ਤਨਖਾਹਦਾਰ ਨੇ। ਤਨਖਾਹਦਾਰ ਬੰਦਾ ਲੜਦਾ ਹੈ ਨੌਕਰੀ ਦੇ ਰੋਜੀ ਰੋਟੀ ਵਾਸਤੇ, ਪਿਆਰ ਵਾਲਾ ਆਪਣੇ ਆਪ ਨੂੰ ਮਿਟਾ ਕੇ ਹੀ ਮੈਦਾਨੇ ਜੰਗ ਵਿੱਚ ਜਾਂਦਾ ਹੈ। ਇਹ ਅੰਤਰ ਹੈ ਗੁਰੂ ਕੇ ਸਿੰਘਾਂ ਦਾ, ਸੂਰਮ ਗਤੀ ਦਾ, ਉਹਨਾਂ ਦੇ ਜਜ਼ਬੇ ਦਾ ਜਿਹੜਾ ਰੂਪ ਹੈ। ਹੋ ਸਕਦਾ ਹੈ ਸਾਹਮਣੇ ਵਾਲਾ ਮੁਸਲਮਾਨ ਜਾਂ ਵਿਰੋਧੀ ਧਿਰ ਦਾ ਬੰਦਾ ਜਿਹੜਾ ਲੜਨ ਆਇਆ ਜਜ਼ਬਾਤੀ ਹੋਵੇ, ਪਰ ਇੱਕ ਦਾਇਰਾ ਹੈ, ਤਨਖਾਹ ਦੇ ਹਿਸਾਬ ਨਾਲ ਹੈ। ਫਿਰ ਨਾਹਰ ਖਾਨ ਨੇ ਪਿੱਛੇ ਜਿਹੜੇ ਸੈਨਿਕ ਸਨ ਉਹਨਾਂ ਨੂੰ ਅੱਗੇ ਕੀਤਾ, ਕਿਉਂਕਿ ਅਗਲਿਆਂ ਨੇ ਤੀਰ ਵਰਦੇ ਵੇਖੇ ਸਨ, ਉਹ ਹਿਆ ਨਹੀਂ ਸੀ ਕਰਦੇ। ਹੁਣ 10 ਲੱਖ ਫੌਜ ਵਿੱਚੋਂ ਇੱਕ ਪਿੱਛੋਂ ਟੁਕੜੀ ਸੱਦੀ, ਕਹਿੰਦਾ ਇਸ ਨੂੰ ਮੇਰੇ ਨਾਲ ਭੇਜੋ ਤੇ ਹੁਣ ਮੈਂ ਜਾਂਦਾ। ਨਾਹਰ ਖਾਨ ਨੇ ਪੌੜੀ ਦਾ ਇੰਤਜ਼ਾਮ ਕੀਤਾ, ਗੜੀ ਨੂੰ ਪੌੜੀ ਲਗਾਈ। ਨਾਹਰ ਖਾਨ ਤੋਂ ਬਾਅਦ ਗਨੀ ਖਾਂ ਵੀ ਉਸੇ ਪੌੜੀ ਤੇ ਚੜਿਆ। ਉਸ ਤੋਂ ਪਿੱਛੇ ਜਰਨੈਲ ਖਾਨ ਹੋਰ ਜਿਹੜੇ ਆਗੂ ਇਕੱਠੇ ਤੇ ਹੋ ਗਏ, ਪਰ ਉਹ ਆਪਣਾ ਨਾਮ ਲਿਖਾਉਣਾ ਚਾਹੁੰਦੇ ਵੀ ਮੇਰਾ ਨਾਮ ਆਵੇ, ਮੇਰਾ ਆਵੇ। ਤੇ ਕਹਿੰਦੇ ਆ ਇਤਿਹਾਸ ਜਦੋਂ ਅਸੀਂ ਪੜ੍ਹਾਂਗੇ ਤੇ ਨਾਹਰ ਖਾਨ ਨੇ ਜਿਵੇਂ ਹੀ ਆਪਣੀ ਗਰਦਨ ਕੰਧ ਤੋਂ ਉੱਪਰ ਕੀਤੀ, ਸਾਹਮਣੇ ਗੁਰਦੇ ਮੁਸ਼ਕਰਾਂਦੇ ਨਜ਼ਰ ਆਏ। ਸਤਿਗੁਰੂ ਪਾਤਸ਼ਾਹ ਨੇ ਫਤਿਹ ਚੋਂ ਤੀਰ ਕੱਢਿਆ ਤੇ ਨਾਹਰ ਖਾਨ ਨੂੰ ਕਹਿੰਦੇ ਵੀ ਨਾਹਰ ਖਾਂ, ਤੂੰ ਆਪਣੇ ਆਪ ਵਿੱਚ ਯੁੱਧ ਨੀਤੀ ਦੇ ਵਿੱਚ ਸਿਆਣਪ ਵਾਲਾ ਗਿਣਿਆ ਜਾਂਦਾ, ਪਰ ਸਿਆਣਪ ਕੋਈ ਨਹੀਂ। ਇੱਕ ਤੀਰ ਮਾਰਿਆ, ਮੱਥੇ ਵਿੱਚੋਂ ਦੀ ਪਾਰ ਹੋਇਆ, ਨਾਹਰ ਖਾਂ ਜ਼ਮੀਨ ਤੇ ਆਣ ਡਿੱਗਾ। ਉਸ ਤੋਂ ਬਾਅਦ ਗਨੀ ਖਾਂ ਚੜ੍ਹਦਾ, ਬਾਬਾ ਜੀ ਨੇ ਇੱਕ ਤੀਰ ਉਸ ਨੂੰ ਵੀ ਬਖਸ਼ ਦਿੱਤਾ, ਉਹ ਵੀ ਜ਼ਮੀਨ ਤੇ ਆ ਡਿੱਗਾ। ਤੇ ਜਿਹੜੇ ਥੱਲੇ ਲਾਈਨ ਲਾ ਕੇ ਜਰਨੈਲ ਸਨ, ਆਪੋ ਆਪਣਾ ਨਾਮ ਲਿਖਾਉਣਾ ਚਾਹੁੰਦੇ ਸਨ, ਉਹ ਗੜੀ ਦੇ ਕੰਧ ਦਾ ਸਹਾਰਾ ਲੈ ਕੇ ਉੱਥੋਂ ਭਗੌੜੇ ਹੋ ਗਏ, ਡਰ ਗਏ। ਫਿਰ ਸਿੰਘ ਬਾਹਰ ਆਂਦੇ ਨੇ। ਪਹਿਲਾਂ 5 ਦਾ ਜੱਥਾ ਆਇਆ। 3 ਜੱਥਿਆਂ ਦੀ ਵਾਰਤਕ ਗੱਲ ਜਦੋਂ ਆਪਾਂ ਪੜਾਂਗੇ ਤੇ ਪਤਾ ਲੱਗਦਾ ਹੈ। ਉਸ ਤੋਂ ਬਾਅਦ ਬਾਬਾ ਅਜੀਤ ਸਿੰਘ ਜੀ ਆਂਦੇ ਹੈ ਤੇ ਬਾਬਾ ਅਜੀਤ ਸਿੰਘ ਦੇ ਜੱਥੇ ਵਿੱਚ 8 ਸਿੰਘ ਆਏ ਨੇ, ਕਿਉਂਕਿ ਗੁਰੂ ਕਲਗੀਧਰ ਪਿਤਾ ਨੇ ਇੱਕ ਬਚਨ ਕਿਹਾ ਸੀ, ਅਜੀਤ ਸਿੰਘ ਇਹਨਾਂ ਨੂੰ ਲੱਗਦਾ 15 ਨੂੰ ਮਾਰ ਮੁਕਾਇਆ ਹੈ, ਸ਼ਸਤਰ ਇਹਨਾਂ ਦੇ ਮੁੱਕ ਗਏ। ਮੈਂ ਚਾਹੁੰਦਾ ਹਾਂ ਕਿ ਅਜੀਤ ਸਿੰਘ ਮੈਦਾਨ ਵਿੱਚ ਜਾਵੇ ਤੇ ਇਸ ਤਰੀਕੇ ਨਾਲ ਜਾਵੇ ਕਿ ਇੱਕ ਵਾਰੀ ਇਹਨਾਂ ਫੌਜਾਂ ਦੇ ਪੈਰ ਉਖੜਨ, ਪਤਾ ਲੱਗੇ ਗੁਰੂ ਗੋਬਿੰਦ ਸਿੰਘ ਦਾ ਲਾਲ ਆਇਆ ਹੈ। ਤੇ ਜਦੋਂ ਬਾਬਾ ਅਜੀਤ ਸਿੰਘ ਦੇ ਜੱਥੇ ਵਿੱਚ 8 ਸਿੰਘ ਗਏ, ਇਹਨਾਂ ਨੇ ਉਹੀ ਕੋਤਕ ਕਾਰਨਾਮੇ ਕੀਤੇ ਜਿਹੜੇ ਗੁਰੂ ਸਾਹਿਬ ਚਾਹੁੰਦੇ ਸਨ। ਇਹਨਾਂ ਨੇ ਮੈਦਾਨੇ ਜੰਗ ਵਿੱਚ ਜਾ ਕੇ ਉਹ ਦੁਸ਼ਮਣਾਂ ਦੇ ਆਹੂ ਲਾਏ ਕਿ ਲਾਸ਼ਾਂ ਦੇ ਢੇਰ ਲੱਗ ਗਏ। ਅਖੀਰ ਸਮਾਂ ਨਹੀਂ, ਖੈਰ ਮੈਂ ਬਹੁਤ ਵਿਸਤਾਰ ਨਹੀਂ ਕਰਾਂਗਾ। ਗੁਰੂ ਪਿਤਾ ਦੇ ਵੱਡੇ ਫਰਜ਼ੰਦ ਨੂੰ ਇਹਨਾਂ ਨੇ ਘੇਰ ਕੇ, ਜਦੋਂ ਇਹਨਾਂ ਦਾ ਘੋੜਾ ਵੀ ਜ਼ਖਮੀ ਹੋ ਕੇ ਡਿੱਗ ਗਿਆ, ਇਹਨਾਂ ਦਾ ਨੇਜਾ ਜਿਹੜਾ ਇੱਕ ਜ਼ਾਲਮ ਦੀ ਇਹਨਾਂ ਨੇ ਛਾਤੀ ਵਿੱਚ ਮਾਰਿਆ, ਖਿੱਚਿਆ, ਸੰਜੋ ਪਾਇਆ ਸੀ, ਉਹ ਟੁੱਟ ਗਿਆ, ਸ਼ਮਸ਼ੀਰ ਧੂ ਲਈ। ਤੇ ਬਾਬਾ ਅਜੀਤ ਸਿੰਘ ਮੈਦਾਨੀ ਜੰਗ ਵਿੱਚ ਜ਼ਮੀਨ ਤੇ ਪੈਦਲ ਹੀ ਲੜੇ, ਉੱਥੇ ਇਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ। ਜਦੋਂ ਸ਼ਹੀਦ ਹੋ ਗਏ, ਪਰ ਇਤਿਹਾਸ ਪੜ੍ਹੋ ਤੇ ਪਤਾ ਲੱਗੇਗਾ ਲਾਸ਼ਾਂ ਦੇ ਢੇਰ ਲੱਗੇ ਨੇ ਜਿੱਥੇ ਬਾਬਾ ਅਜੀਤ ਸਿੰਘ ਸ਼ਹੀਦੀ ਜਾਮ ਪੀਂਦੇ ਹੈ। ਤੇ ਗੁਰੂ ਕਲਗੀਧਰ ਬਾਪੂ ਨੇ ਅੰਦਰੋਂ ਜੈਕਾਰਾ ਲਾਇਆ ਤੇ ਇਹ ਬੋਲ ਕਹੇ ਸਨ ਕਿ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਅੰਦਰ ਚਾਉ ਸੀ ਕਿ ਮੇਰੇ ਪੁੱਤ ਨੂੰ ਮੈਂ ਵਿਆਹਣ ਵਾਸਤੇ ਤੋਰਿਆ ਤੇ ਮੇਰਾ ਪੁੱਤ ਅਜ ਲਾੜੀ ਮੌਤ ਨੂੰ ਵਿਆਹ ਗਿਆ ਹੈ। ਕੋਈ ਦੁਨੀਆ ਦਾ ਇਤਿਹਾਸ ਜਿੱਥੇ ਪਿਤਾ ਆਪਣੇ ਪੁੱਤਰਾਂ ਨੂੰ ਮੈਦਾਨੀ ਜੰਗ ਵਿੱਚ ਆਪ ਭੇਜੇ। ਅਗਲੀ ਵਾਰੀ ਅਗਲੇ ਜੱਥੇ ਦੇ ਨਾਲ ਬਾਬਾ ਜੁਝਾਰ ਸਿੰਘ ਜੀ ਮੰਗਦੇ ਨੇ, ਬਾਬਾ ਜੀ ਆਗਿਆ ਦਿਓ, ਗੁਰੂ ਪਿਤਾ ਆਗਿਆ ਦਿਓ, ਮੈਂ ਵੀ ਜਾਣਾ ਚਾਹੁੰਦਾ। ਤੇ ਗੁਰਦੇਵ ਨੇ ਛਾਤੀ ਨਾਲ ਲਾਇਆ, ਆਪਣੇ ਛੋਟੇ ਸਾਹਿਬਜ਼ਾਦੇ ਨੂੰ ਵੀ ਤਿਆਰ ਕੀਤਾ
ਕਲਗੀ ਵੀ ਲਗਾਈ ਤੇ ਗੁਰੂ ਨੇ ਆਪਣੀ ਕਮਰ ਵਿੱਚ ਕਾਸੇ ਵਿੱਚੋਂ ਆਪਣਾ ਖੰਜਰ ਕੱਢਿਆ ਤੇ ਬਾਬਾ ਜੁਝਾਰ ਸਿੰਘ ਨੂੰ ਦਿੱਤਾ ਤੇ ਆਖਿਆ, ਪੁੱਤਰ ਜੀ ਇਹ ਖੰਜਰ ਵੀ ਆਪਣੇ ਕੋਲ ਰੱਖੋ, ਤੁਹਾਡੀ ਸੁੰਦਰਤਾ ਵਿੱਚ ਇਹ ਖੰਜਰ 4 ਚੰਦ ਲਾ ਰਿਹਾ ਹੈ। ਤਿਆਰ ਕਰਕੇ ਭੇਜਦੇ ਨੇ। ਆਪ ਜੀ ਵੀ ਉਸੇ ਚਾਓ ਉਤਸ਼ਾਹ ਦੇ ਨਾਲ ਆਪਣੇ ਵੀਰੇ ਨਾਲ, ਕਿਉਂਕਿ ਖੇਡੇ ਨੇ, ਵੀਰੇ ਨਾਲ ਰਹੇ ਨੇ ਤੇ ਵੀਰੇ ਵਾਂਗੂ ਸ਼ਹੀਦੀ ਜਾਮ ਪੀਣਾ ਚਾਹੁੰਦੇ ਨੇ। ਅੱਜ ਜਜ਼ਬੇ ਦੀ ਕਮੀ ਹੈ ਗੁਰੂ ਪਿਆਰਿਓ। ਮੈਂ ਇੱਕ ਛੋਟੀ ਜੀ ਅਰਜ਼ ਕਰਦੇ ਹਾਂ। ਅੱਜ ਤੇ ਦੁੱਖ ਨਾਲ ਕਹਿਣਾ ਪੈਂਦਾ, ਪਿਤਾ ਅੰਮ੍ਰਿਤਧਾਰੀ ਹੈ ਤੇ ਜਦੋਂ ਪੁੱਤਰ ਦਾੜੀ ਕੱਟ ਕੇ ਆਉਂਦਾ ਹੈ ਨਾ, ਤੇ ਸਾਡਾ ਇੰਨਾ ਵੀ ਹਿਆ ਨਹੀਂ ਹੁੰਦਾ ਵੀ ਪੁੱਤਰ ਦਾ ਕੰਨ ਫੜ ਕੇ ਔਖੇ ਹੋ ਕੇ ਵੀ ਬੋਲ ਸਕੀਏ। ਉਸ ਦੇ ਪਿੱਛੇ ਕਾਰਨ ਹੈ ਅਸੀਂ ਬਚਪਨ ਤੋਂ ਗੁੜਤੀ ਨਹੀਂ ਦੇ ਪਾ ਰਹੇ। ਮੈਂ ਤਕਰੀਬਨ 2-3 ਦਿਨ ਤੋਂ ਇਸੇ ਲੜੀ ਵਿੱਚ ਹੀ ਆਪਾਂ ਵਿਚਾਰਾਂ ਥਾਂ ਪਰਥਾਂ ਕਰਦੇ ਹਾਂ। ਮੈਂ ਇੱਕੋ ਅਰਜ਼ ਕਰ ਰਿਹਾ, ਦੇਖੋ ਇਹ 7 ਦਿਨ 8 ਦਿਨ ਦੀ ਗੱਲ ਨਹੀਂ ਹੈ। ਇਹ ਗੁਰੂ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਿੱਖਾਂ ਦੇ ਜੀਵਨ ਲਈ ਨਿਤ ਨਵੀਂ ਜਜ਼ਬਾ ਪੈਦਾ ਕਰਨ ਵਾਲੀ ਗਾਥਾ ਹੈ। ਰੋਜ਼ ਤੇ ਆਪਣੇ ਬੱਚਿਆਂ ਨੂੰ ਦਰਸਾਓ, ਸਮਝਾਓ, ਪੁੱਤਰ ਅਗਰ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬੱਚਾ ਹਾਂ, ਅੰਮ੍ਰਿਤ ਛਕਿਆ ਤੇ ਪੁੱਤਰ ਤੂੰ ਵੀ ਤੇ ਬਣਨਾ। ਬਚਪਨ ਤੋਂ ਉਹਨਾਂ ਨੂੰ ਬਾਣੀ ਨਾਲ ਜੋੜੋ, ਬਾਣੇ ਨਾਲ ਜੋੜੋ, ਇਤਿਹਾਸ ਦੇ ਨਾਲ ਜੋੜੋ। ਉਹਨਾਂ ਨੂੰ ਗਾਥਾ ਸੁਣਾਓ ਬਾਬਾ ਅਜੀਤ ਸਿੰਘ ਦੀ, ਉਹਨਾਂ ਨੂੰ ਦਰਸਾਓ ਬਾਬਾ ਜੁਝਾਰ ਸਿੰਘ ਦਾ ਜੀਵਨ, ਉਹਨਾਂ ਦੇ ਸਾਹਮਣੇ ਰੱਖ ਦਿਓ ਉਹ ਸਰਹੰਦ ਦੀਆਂ ਕੰਧਾਂ ਕਿ ਕਿਵੇਂ ਗੁਰੂ ਕੇ ਲਾਲ ਖੜੇ ਹੋ ਗਏ। ਕੋਈ ਉਹਨਾਂ ਨੂੰ ਉਂਗਲ ਫੜ ਕੇ ਤੋਰਨ ਨਹੀਂ ਲੱਗਾ ਵੀ ਜਾ, ਉਹ ਆਪ ਮੰਗ ਕਰਦੇ ਨੇ ਅਸੀਂ ਜਾਣਾ ਚਾਹੁੰਦੇ ਹਾਂ। ਬਾਬਾ ਜੁਝਾਰ ਸਿੰਘ ਜੀ ਗਏ। ਸਾਧ ਸੰਗਤ, ਗੁਰੂ ਨੇ ਤੀਰਾਂ ਦੀ ਬੁਛਾੜ ਨਾਲ ਬਾਬਾ ਅਜੀਤ ਸਿੰਘ ਤੋਂ ਵੀ ਅੱਗੇ ਉਹਨਾਂ ਨੂੰ ਮੈਦਾਨੇ ਜੰਗ ਵਿੱਚ ਭੇਜ ਦਿੱਤਾ। ਜਦੋਂ 2 ਟੁਕੜੀਆਂ ਦਾ ਇਤਿਹਾਸ ਜ਼ਿਕਰ ਕਰਦਾ, ਅੱਲਾ ਯਾਰ ਖਾਂ ਜੋਗੀ ਲਿਖਦੇ ਹੈ ਕਿ 2 ਜੱਥਿਆਂ ਨੇ ਇਕੱਠਾ ਹਮਲਾ ਕੀਤਾ ਬਾਬਾ ਜੁਝਾਰ ਸਿੰਘ ਤੇ ਉਹਨਾਂ ਦੋਨੋਂ ਹੀ ਜੱਥਿਆਂ ਵਿੱਚ 10-20 ਕੋ ਮਾਰਾ ਦਾ ਗੱਲ ਹੈ। ਇੱਕ ਪਾਸੇ ਦਾ, ਇੱਕ ਪਾਸੇ 20 ਉਡਾਤੇ ਮਾਰਤੇ। ਅੱਗੇ ਤੀਸਰੇ ਜੱਥੇ ਵਿੱਚੋਂ ਵੀ 20 ਬੰਦੇ ਮਾਰੇ। ਇਤਿਹਾਸ ਕਹਿੰਦਾ ਵੀ 41 ਬੰਦਿਆਂ ਦੀਆਂ ਲਾਸ਼ਾਂ ਦੇ ਢੇਰ ਤੇ ਬਾਬਾ ਜੁਝਾਰ ਸਿੰਘ ਨੇ ਅੰਦਰ ਜਾਂਦਿਆਂ ਹੀ ਲਾਤੇ। ਇਹ ਅੱਲਾ ਯਾਰ ਖਾਂ ਦੀ ਹਵਾਲੇ ਹੈ। ਉਹ ਹੈਰਾਨ ਹੋ ਗਏ। ਉਹ ਕਹਿੰਦੇ ਨੇ ਇਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤਰ ਵੱਡੇ ਨਾਲੋਂ ਵੀ ਜ਼ਿਆਦਾ ਤੇਜ਼ ਹੈ, ਘੇਰ ਕੇ ਮਾਰੋ, ਇਹ ਜਾਣੇ ਨਾ ਪਾਏ। ਲੇਕਿਨ ਬਾਬਾ ਜੁਝਾਰ ਸਿੰਘ ਜੀ ਦੀ ਸ਼ਮਸ਼ੀਰ ਟੁੱਟ ਗਈ। ਉਹਨਾਂ ਨੇ ਉਹ ਖੰਜਰ ਜਿਹੜਾ ਗੁਰੂ ਨੇ ਦਿੱਤਾ ਸੀ, ਜਦੋਂ ਉਹ ਖੰਜਰ ਕੱਢਿਆ ਨਾ, ਤੇ ਬਹੁਤ ਸਾਰੇ ਮੁਸਲਮਾਨ ਸੈਨਿਕਾਂ ਨੂੰ ਖੰਜਰ ਦਾ ਪਤਾ ਸੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹਥਿਆਰ ਹੈ। ਉਹਨਾਂ ਨੇ ਇੱਕਦਮ ਬਚਨ ਕਰ ਦਿੱਤਾ। ਕਹਿੰਦੇ ਨੇ ਗੋਬਿੰਦ ਦੇ ਪਿਸ਼ਰ ਕੋਲੋਂ, ਪੁੱਤਰ ਕੋਲੋਂ ਬਚ ਕੇ ਲੜਿਓ। ਅੱਲਾ ਯਾਰ ਖਾਂ ਦੇ ਸ਼ਬਦ ਨੇ, बच के लड़ो गोबिंद के पिसर से। क्यों बच के लड़ो, क्यों दूर रहो? कहता है ते बिजली है और इस दे अपने हथ भी जिहड़ा खंजर है गुरु गोबिंद सिंह साहब दा है। वो इतना भै गुरु के शस्त्रां तो ही खांदे है। ते अज जे गल करो जी अमृत छक लो, किरपान किन्ने सांभनी है। ते हुण ही खपता देखियो तुसी, असीं ते गुरु गोबिंद सिंह साहब दे बच्चिआं नूं चेते कर कर रो रहे हैं। 7 दिन रोना ते बाकी दे दिन की करते हैं? असीं बेमुख होए रहने। शस्त्र ते सिੱਖੀ ਦਾ ਅਨਿੱਖੜਵਾਂ अंग है। अमृत जरूर छको, गात्रे किरपान हर सिख दे होवे। ये कोई शस्त्र जने खाने नूं मारन दी गल नहीं है। ये सिख नूं अपने आप विच मजबूती दिंदा। मैं बड़ी वारी तो भी अपील कीती है, साडियां भैणां बच्चियां अगर गले गात्रा पाया होवे ना, भावें शमशीर चलाण दी आदत भी अजे ना बच्ची नूं पई होवे, पर सामने वाला जदों देखदा इहदे गले गात्रा है, जे नेड़े गया तो इसने नुकसान कर देना, वैसे ही नेड़े नहीं आता। गुरु के शस्त्रां दा रुतबा बड़ा है। ये गल उत्थे अल्लाह यार खां जी ने लिखी है। वो कहते हैं बच के लड़ो गोबिंद के पिसर से। तो खंजर का उदाहरण देंदे ने भी खंजर लैके आए है गोबिंद की कमर से। ये जिहड़ा कमर कसे च गुरु खंजर रखता है, ये हथ विच ते उहिओ खंजर है, तो मार देगा सानू। ये भै सी, ये डर सी।
ਅੱਜ ਅਸੀਂ ਉਹਨਾਂ ਨੂੰ ਨਮਸਤਕ ਹੋ ਰਹੇ ਹਾਂ, ਕਿਉਂਕਿ ਉਹਨਾਂ ਨੇ ਜੀਵਨ ਸਿੱਖੀ ਲਈ ਜੀਵਿਆ ਤੇ ਉਹਨਾਂ ਦੀ ਸ਼ਹਾਦਤ ਵੀ ਸਿੱਖੀ ਲਈ ਹੈ। ਉਹਨਾਂ ਨੇ ਜਿਤਨਾ ਵੀ ਜੀਵਨ ਦੁਨੀਆ ਵਿੱਚ ਰਹੇ ਨੇ ਜੀਵੇ ਹੈ, ਉਹ ਗੁਰੂ ਵਾਸਤੇ ਜੀਵੇ ਹੈ, ਤੇ ਉਹਨਾਂ ਦੀ ਸ਼ਹਾਦਤ ਵੀ ਗੁਰੂ ਵਾਸਤੇ ਹੈ, ਸਿੱਖੀ ਵਾਸਤੇ ਹੈ। ਅੱਜ ਬਾਬਾ ਕਬੀਰ ਜੀ ਨੇ ਗੱਲ ਕੀਤੀ, ਮੌਤ ਦੀ ਗੱਲ ਹੈ, ਜਾਣ ਦੀ ਗੱਲ ਕੀਤੀ। ਕਹਿੰਦੇ ਉਹ ਜੇ ਦੀਸੈ ਖੂੜੀ ਕੋਨ ਲਾਜ ਵਹਾਰੀ, ਲਾਜ ਘਾੜੀ ਸਿਓ ਟੂਟ ਪੜੀ ਉੱਠ ਚੱਲੀ ਪਨਿਹਾਰੀ। ਕਹਿੰਦੇ ਨੇ ਲਾਜ, ਲੱਜ ਸ਼ਬਦ ਤੋਂ ਬਣਿਆ ਰੱਸੀ, ਰੱਸੀ ਦਾ ਦੇਹ ਦਾ ਤੇ ਘੜੇ ਦਾ ਸੁਮੇਲ ਹੈ। ਖੂਹ ਵਿੱਚੋਂ ਪਾਣੀ ਕੱਢਣਾ ਹੋਵੇ ਨਾ ਤੇ ਰੱਸੀ ਦੀ ਵੀ ਲੋੜ ਹੈ ਤੇ ਘੜੇ ਦੀ ਵੀ ਲੋੜ ਹੈ। ਕਹਿੰਦੇ ਨੇ ਇਸ ਜਗਤ ਵਿੱਚ ਹਰ ਜੀਵ, ਇਸਤਰੀ ਭਾਵ ਹਰ ਮਨੁੱਖ ਮੋਹ ਮਾਇਆ ਤੇ ਵਿਸ਼ੇ ਵਿਕਾਰਾਂ ਦੀ ਲਾਲਸਾ ਕਰਕੇ ਇੱਥੇ ਇੱਕ ਰੱਸੀ, ਆਪਣੀ ਜ਼ਿੰਦਗੀ ਰੂਪ ਰੱਸੀ ਤੇ ਸਰੀਰ ਰੂਪ ਘੜੇ ਨਾਲ ਇੱਥੇ ਵਿਕਾਰ ਹੀ ਖੂਹ ਚੋਂ ਕੱਢੀ ਜਾਂਦਾ ਹੈ। ਇਹ ਕੰਮ ਵਿੱਚ ਲੋਕ ਲੱਗੇ ਹੋਏ ਹੈ। ਲੇਕਿਨ ਕਹਿੰਦੇ ਜਦੋਂ ਮਾਲਕ ਕਿਰਪਾ ਕਰਦਾ ਹੈ ਨਾ ਤੇ ਇਹ ਸਵਾਸਾਂ ਦੀ ਰੱਸੀ ਟੁੱਟ ਜਾਂਦੀ ਸਮੇਤ ਘੜੇ ਦੇ, ਸਵਾਸ ਨਿਕਲ ਜਾਂਦੇ ਨੇ, ਸਰੀਰ ਰੂਪ ਘੜਾ ਰਹਿ ਜਾਂਦਾ ਹੈ। ਉੱਠ ਚੱਲੀ ਪਨਿਹਾਰੀ, ਤੇ ਜਿਹੜੀ ਖੂਹ ਵਿੱਚੋਂ ਪਾਣੀ ਕੱਢਣ ਵਾਲੀ ਹੈ ਨਾ, ਉਹ ਦੁਨੀਆ ਤੋਂ ਰੁਖਸਤ ਹੋ ਜਾਂਦੀ ਹੈ, ਪਰ ਅਧੂਰੀ ਜ਼ਿੰਦਗੀ ਲੈ ਕੇ ਜਾਂਦੀ ਹੈ। ਉਸ ਨੂੰ ਲੱਭਦਾ ਕੱਖ ਵੀ ਨਹੀਂ, ਕਿਉਂਕਿ ਉਹ ਨਹੀਂ ਕਰਦੀ ਜਿਹੜਾ ਗੁਰੂ ਚਾਹੁੰਦਾ। ਸੋ ਕਿਛ ਕਰ ਜਿਤ ਮੈਲ ਨਾ ਲਾਗੈ, ਹਰ ਕੀਰਤਨ ਮੈਂ ਇਹ ਮਨ ਜਾਗੈ। ਉਹ ਗੁਰੂ ਦੀ ਗੱਲ ਨਹੀਂ ਸੁਣਦਾ, ਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇੱਕ ਚਾਓ ਹੋਣਾ ਚਾਹੀਦਾ ਗੁਰੂ ਕੇ ਸਿੱਖਾਂ ਦੇ ਅੰਦਰ। ਪਹਿਲਾਂ ਬਾਣੀ ਦੀ ਗੱਲ ਹੈ ਕਿ ਬਾਣੀ ਨੇ ਸਾਡੀ ਆਤਮਿਕ ਜ਼ਿੰਦਗੀ ਨੂੰ ਨਿਰਮੋਲ, ਨਿਆਰਾ, ਪਿਆਰਾ ਬਣਾਉਣਾ, ਜਿਹੜਾ ਰੱਬ ਦੇ ਦਰ ਪ੍ਰਵਾਨ ਹੋਵੇ। ਇਤਿਹਾਸ ਨੇ ਸਾਨੂੰ ਜਜ਼ਬਾਤ ਦੇ ਕੇ, ਸਾਨੂੰ ਸਿੱਖੀ ਸਿਦਕ ਦੇ ਕੇ ਸਾਡੇ ਜੀਵਨ ਨੂੰ ਇੱਕ ਉਤਸ਼ਾਹਤ, ਇੱਕ ਐਸਾ ਵੇਗ ਤਿਆਰ ਕਰਨਾ ਕਿ ਅਸੀਂ ਗੁਰੂ ਦੀ ਕਰਨੀ ਨੂੰ, ਗੁਰੂ ਦੀ ਆਗਿਆ ਨੂੰ ਕਮਾਉਣ ਜੋਗੇ ਹੋ ਸਕਾਂਗੇ। ਮੈਂ ਇੱਕ ਛੋਟੀ ਜੀ ਗੱਲ ਕਹਿ ਕੇ ਸਮੇਂ ਵਿੱਚ ਰਹਿੰਦਿਆਂ ਸ਼ਬਦ ਦੇ ਵਿਚਾਰ ਕਰਾਂ। ਜਦੋਂ ਬਾਬਾ ਜੁਝਾਰ ਸਿੰਘ ਜੀ ਜਾਣ ਲੱਗੇ ਸਨ ਨਾ, ਗੜੀ ਦੀ ਗੱਲ ਕਰ ਰਿਹਾ, ਤੇ ਜੱਥੇ ਨੂੰ ਭੇਜ ਦਿੱਤਾ। ਗੁਰੂ ਨੇ ਮੱਥਾ ਵੀ ਚੁੰਮਿਆ, ਲਾਡ ਵੀ ਲਡਾਏ, ਪਿਆਰ ਵੀ ਕੀਤੇ, ਹੁਕਮ ਕੀਤਾ, ਕਿਰਪਾ ਦੀ ਨਜ਼ਰ ਕੀਤੀ। ਤੁਰਨ ਲੱਗੇ ਨਾ ਤੇ ਬਾਬਾ ਜੁਝਾਰ ਸਿੰਘ ਨੇ ਪਿੱਛਾ ਮੁੜ ਕੇ ਵੇਖਿਆ, ਤੇ ਜਦੋਂ ਪਿੱਛੇ ਮੁੜਦੇ ਆ ਨਾ ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਪੁੱਛਦੇ ਨੇ, ਜੁਝਾਰ ਸਿੰਘ ਕੋਈ ਗੱਲ ਕਰਨੀ ਹੈ? ਕਹਿੰਦੇ ਹਾਂ। ਸਵਾਲ ਕੀਤਾ, ਕੋਈ ਗੱਲ ਕਰਨੀ ਹੈ? ਕਹਿੰਦੇ ਜੀ। ਕੀ ਗੱਲ ਹੈ? ਕਹਿੰਦੇ ਬਾਪੂ ਜੀ, ਵੱਡੇ ਵੀਰ ਜੀ ਸ਼ਹੀਦ ਹੋ ਗਏ, ਛੋਟੇ ਦੋ ਸਾਡੇ ਨਾਲ ਨਹੀਂ। ਮੈਂ ਮੈਦਾਨੇ ਜੰਗ ਵਿੱਚ ਚੱਲਿਆ, ਮੈਂ ਉਹਨਾਂ ਸਾਰੇ ਵੀਰਾਂ ਵੱਲੋਂ, ਆਪਣੇ ਭਰਾਵਾਂ ਵੱਲੋਂ, ਆਪਣੇ ਵੱਲੋਂ ਆਪ ਜੀ ਨੂੰ ਇੱਕ ਸਵਾਲ ਕਰਦਾ ਕਿ ਬਾਪੂ ਜੀ ਮੈਂ ਤੇ ਚੱਲਿਆ, ਪਰ ਜਿਤਨੀ ਦੇਰ ਮੈਂ ਅਜੇ ਮੈਦਾਨੇ ਜੰਗ ਵਿੱਚ ਜਾ ਕੇ ਸ਼ਹੀਦੀ ਜਾਮ ਨਹੀਂ ਪੀਂਦਾ, ਮੈਨੂੰ ਆਗਿਆ ਕਰੋ, ਤੁਹਾਡੀ ਕੋਈ ਖਾਹਿਸ਼, ਤੁਹਾਡੀ ਕੋਈ ਇੱਛਾ। ਕਿਉਂਕਿ ਪੁੱਤਰ ਉਹੀ ਚੰਗਾ ਹੁੰਦਾ ਜਿਹੜਾ ਆਪਣੇ ਪਿਤਾ ਦੀ ਆਗਿਆ ਨੂੰ ਮੰਨ ਕੇ ਕਰ ਚੱਲਦਾ ਹੋਵੇ। ਉਹੀ ਪੁੱਤਰ ਜਿਹੜਾ ਹੈ ਨਾ ਪ੍ਰਵਾਨ ਹੁੰਦਾ ਜਿਹੜਾ ਪਿਤਾ ਦੀ ਆਗਿਆ ਵਿੱਚ ਚੱਲਦਾ ਹੈ। ਅੱਜ ਅਸੀਂ ਵੀ ਆਪਣੇ ਗੁਰੂ ਨੂੰ ਗੁਰੂ ਪਿਤਾ ਤੇ ਆਖੀ ਜਾਂਦੇ ਆ, ਪਰ ਅਸੀਂ ਕਰਦੇ ਹੋ ਜਿਹੜਾ ਸਾਨੂੰ ਭਾਉਂਦਾ। ਸੀ ਗੁਰੂ ਦੀ ਤੇ ਸੁਣਦੇ ਹੀ ਕੋਈ ਨਹੀਂ, ਜੇ ਸੁਣ ਵੀ ਲੈਂਦੇ ਆ ਤੇ ਮੰਨਦੇ ਕੋਈ ਨਹੀਂ। ਭਾਈ ਗੁਰਦਾਸ ਜੀ ਨੂੰ ਕਹਿਣਾ ਪਿਆ ਨਾ, ਪੂਛਤ ਪਥਿਕ ਤੇ ਮਾਰਗ ਨਾ ਧਾਰੈ, ਪਗ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਐ। ਸਾਡੀ ਤੇਰੀ ਤਕਰੀਬਨ ਇਹੋ ਜੀ ਹੈ। ਪੂਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੈ, ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਐ। ਇਸੇ ਤਰ੍ਹਾਂ ਆਗਿਆ ਗੁਰੂ ਦੀ, ਹੁਕਮਨਾਮਾ ਸਾਹਿਬ ਸੁਣ ਲਿਆ, ਮੱਥਾ ਵੀ ਟੇਕ ਲਿਆ, ਖਿਮਾ ਕਰਿਓ। ਜਦੋਂ ਕਰਨ ਦੀ ਵਾਰੀ ਆਉਂਦੀ ਹੈ ਉਦੋਂ ਫਿਰ ਆਪਣੀ ਮਰਜ਼ੀ ਚਲੇ ਜਾਂਦੇ ਆ। ਦੁੱਖ ਦੇ ਤਾਂ ਹੀ ਮਿਲਦਾ ਸਾਨੂੰ। ਤੇ ਬਾਪੂ ਜੀ ਦੱਸੋ ਕੋਈ ਹੁਕਮ, ਕੋਈ ਇੱਛਾ ਮੈਂ ਆਪਣੇ ਭਰਾਵਾਂ ਵੱਲੋਂ, ਆਪਣੇ ਵੱਲੋਂ ਮੰਗਣਾ ਚਾਹੁੰਦਾ ਵੀ ਆਗਿਆ ਕਰੋ। ਤੁਹਾਡੀ ਕੋਈ ਖਾਹਿਸ਼ ਹੋਵੇ ਤੇ ਮੈਂ ਪੂਰੀ ਕਰਦੇ ਆ, ਕਿਉਂਕਿ ਪੁੱਤਰਾਂ ਦਾ ਘਰ, ਮੈਂ ਪਿਤਾ ਦੀ ਆਗਿਆ ਮੰਨਣਾ ਤੇ ਖਾਹਿਸ਼ ਪੂਰੀ ਕਰਨਾ। ਤੇ ਗੁਰੂ ਪਿਤਾ ਨੇ ਬਚਨ ਕਿਹਾ, ਹਾਂ ਜੁਝਾਰ ਸਿੰਘ ਜੇ ਤੂੰ ਖਾਹਿਸ਼ ਪੁੱਛੀ ਹੈ ਨਾ, ਤੇ ਤੂੰ ਆਪ ਦੇਖਿਆ ਵੀ ਅਜੀਤ ਸਿੰਘ ਤੇ ਸ਼ਹੀਦ ਹੋ ਗਏ, ਦੋਵੇਂ ਸਾਡੇ ਤੋਂ ਦੂਰ ਨੇ। ਮੇਰੀ ਇੱਕ ਇੱਛਾ ਹੈ ਵੀ ਮੈਂ ਚਾਹਨਾ ਮੇਰੇ ਪੁੱਤਰ
सीने ते बरछियां खाण ते मैं देखा, मैं जयकारे छड्डा ते मत्था टेकता, बापू जी थापड़ा दिओ, थोड़ी एक ख्वाहिश भी पूरी करा। यह है सिक्खी, यह है जज्बा। जदों मैदाने जंग में जाके बाबा जी दे सीने च बरछियां वजदियां, तीर वजदे है, ते ओ गुरु पिता वल वेखदे ने, मनो अपने गुरु नूं, अपने पिता नूं, उन्हां दी ओ सदर इच्छा पूरी होण दा कुछ इशारा करते होण, ते इधर गुरु कलगीधर बापू जयकारे गजाउंदा है। देखो, पिता और पुत्र का कोई रिश्ता देखना हो, गुरु के लाला वाला वेख लिया करो। पुशाकां नाल नहीं गुरु के पुत्र बनिया जाता। सो खैर, मैं बेनती करा, अज जदों इतिहास की वार्ता चलती है ना, ते अज वो लोग भी जिन्होंने असी कहने आ लोग माड़े ने, अज दियां सरकारां नूं भी मनना पिया। जिथे विदेशी लोगों दीयां गल्लां असी सुनते हैं, जी उस मुल्क ने, उस देश ने सिखां नूं महत्ता वडियाई दी, अज इत्थे भी सरकार दे कुछ ऐलान ने। हुण जदों इसनूं शहीदी दिनां तो बाद असी देखांगे तो सानूं पता लगेगा, तकरीबन 15 लाख स्कूलों विच सरकार का ऐलान है, 15 लाख स्कूलों विच साहिबजादियां दा इतिहास पढ़ाया जाना है। और विदेशों के विच जिथे जिथे भी हिंदुस्तान दी एम्बैसियां ने, एम्बैसडरां नूं सरकारी फुरमान है, तरीक भावें वो जेड़ी भी नीयत सारे हिंदुस्तान विच सरकारी अदारे या बाहर मुल्कां भी जिन्ने भी एम्बैसडर ने, उन्हां नूं हुक्म होया है कि उस दिन आपो अपनी एम्बैसी दे विच गुरु के साहिबजादियां दे नमित प्रोग्राम कीते जाण, संसार नूं पता लग सके कि गुरु कलगीधर बापू दे बच्चे हिंदुस्तान वास्ते, इस मुल्क वास्ते, इंसानियत वास्ते, धर्म मजहब वास्ते की कुछ करके गए हैं। उन्हां वर्गा ना होया ते ना होना है। ये तो गुरु कलगीधर बापू का ही किते जीवन पढ़ो ना तुसी, ते कवियां दियां कलमां ने लिख दिता कि ये जो अखियां तक रहियां ने ऐसा कोई पासार ना हुंदा, ये जो अखियां तक रहियां ने ऐसा कोई पासार ना हुंदा, मंदिरां विच ना टल खड़कदे, पूजा लई कोई तैयार ना हुंदा, ना कोई राम उपासक हुंदा, जपदा कोई मुरार ना हुंदा, ना हुंदे इत्थे जगराते, माता दा दरबार ना हुंदा, सुन्नत सबने कीती हुंदी, सुन्नत सबने कीती हुंदी, जंजुआं दा गलहार ना हुंदा, गुरु गोबिंद अवतार ना हुंदा, हिंद दा बेड़ा पार ना हुंदा। गुरु गोबिंद सिंह जी की केड़ी केड़ी तारीफ की जाए, साध संगत लिखारी और हैरान होने आ। शमशीर नूं कलम बनाता, शमशीर हाथ है लेकिन कमाल है, शमशीर फड़न वाला कलम दा धनी है, ते कलम दे विचों अकाल दी उस्तत लिखता है। शमशीर नूं कलम बनांदा है लेकिन चंडी दी वार लिख देंदा है। अद्भुत अदुੱਤੀ जिंदगी, महान शख्सियत है गुरु गोबिंद सिंह साहब। उन्हां दे अगे फरजंद जिन्हां दा अज शहीदी दिन, जिन्हां ने अपने गुरु नूं, उन्हां दी इच्छा नूं पूरा कीता, गुरु दी आग्या नूं पूरा कीता, और पिता दे चाओ नूं भी अपने गुरु दी आग्या विच परो के मुकम्मल कीता, उन्हां दा अज शहीदी दिन है। प्यारेओ, बाबा कबीर दा बचन भी पढ़ रहे हैं, कहंदे ने जदों दुनिया तो सबने जाना है ते कुछ चंगा करके जाओ। जिन्हां ने कीता, जिन्हां ने हुक्म नूं कमाया, उन्हां नूं सिजदे हो रहे हैं। अरदास विच आपां हुणे सुनांगे ना, जिन्हां सिंघां सिंघणियां ने धर्म हेत सीस दिते, बंद बंद कटाए, खोपरियां लुहाइयां, चरखड़ियां ते चढ़े, आरियां नाल चिरवाए गए। साध संगत धर्म नहीं हारिया, सिक्खी केसां सुआसां नाल निभाए, ते तिन्हां दी कमाई दा ध्यान करके बोलो जी वाहेगुरु। क्यों पढ़ रहे हैं?
ਉਹ ਪਿਆਰਿਓ ਵਾਹਿਗੁਰੂ ਜਪ ਕੇ ਬਾਣੀ ਪੜ੍ਹ ਕੇ ਹੁਕਮ ਕਮਾ ਕੇ ਅੱਜ ਉਹਨਾਂ ਨੂੰ ਨਤਮਸਤਕ ਹੋ ਰਹੇ ਆ। ਉਹਨਾਂ ਦਾ ਜੀਵਨ ਐਸਾ ਬਣਿਆ, ਸਾਨੂੰ ਵੀ ਲੋੜ ਹੈ ਅਸੀਂ ਹੁਕਮ ਦੀ ਕਮਾਈ ਕਰੀਏ। ਹੁਕਮ ਹੈ ਸਾਹਿਬ ਹੋਏ ਦਿਆਲ ਕਿਰਪਾ ਕਰੇ, ਆਪਣਾ ਕਾਰਜ ਸਵਾਰੇ, ਤਾਂ ਸੁਹਾਗਣ ਜਾਣੀ ਹੈ ਗੁਰ ਸ਼ਬਦ ਵਿਚਾਰੇ। ਕਹਿੰਦੇ ਨੇ ਜਿਹੜੇ ਜਿਨ੍ਹਾਂ ਤੇ ਮਾਲਕ ਦਿਆਲੂ ਹੁੰਦਾ ਹੈ ਉਹਨਾਂ ਦੀ ਜ਼ਿੰਦਗੀ ਦੇ ਕਾਰਜ ਆਪ ਸਵਾਰਦਾ ਹੈ, ਮੋਹ ਮਾਇਆ ਤੋਂ ਨਿਰਲੇਪ ਕਰਦਾ ਹੈ। ਔਰ ਉਹੀ ਫਿਰ ਜੀਵ ਇਸਤਰੀ ਸੁਹਾਗਣ ਹੈ ਜਿਹੜੀ ਸ਼ਬਦ ਨੂੰ, ਗੁਰੂ ਦੇ ਹੁਕਮ ਨੂੰ ਵਿਚਾਰਦੀ ਹੈ। ਤਾਂ ਸੁਹਾਗਣ ਜਾਣੀ ਹੈ ਗੁਰ ਸ਼ਬਦ ਵਿਚਾਰੇ, ਕਿਰਤ ਕੀ ਬਾਂਦੀ ਸਭ ਫਿਰੈ। ਦੇਖੋ ਵਿਚਾਰੀ ਚੰਗੀ ਤਰ੍ਹਾਂ, ਕਹਿੰਦੇ ਵਿਚਾਰ ਕੇ ਵੇਖ ਲਓ ਚੰਗੀ ਤਰ੍ਹਾਂ ਇਹ ਜੀਵ ਦਾ ਕੀ ਦੋਸ਼ ਹੈ। ਇਹ ਤੇ ਸਾਰੀ ਦੀ ਸਾਰੀ ਲੁਕਾਈ ਆਪਣੇ ਕੀਤੇ ਕਰਮਾਂ ਦੀ ਬੱਦੀ ਫਿਰਦੀ ਹੈ। ਤੇ ਇਸ ਨੂੰ ਕਿਆ ਆਖੀ ਹੈ, ਕਿਆ ਕਰੇ ਵਿਚਾਰੀ। ਕਹਿੰਦੇ ਨੇ ਇਸ ਦੇ ਵਾਸਤੇ ਕੁਛ ਨਹੀਂ। ਸਾਡਾ ਵੀ ਫਰਜ਼ ਹੈ ਅਸੀਂ ਗੁਰੂ ਅੱਗੇ ਅਰਦਾਸ ਕਰੀਏ, ਪਾਤਸ਼ਾਹ ਤੁਹਾਡਾ ਹੁਕਮ ਹੈ ਤੇ ਉਸ ਮੁਤਾਬਕ ਹੀ ਅਰਦਾਸ ਹੈ। ਉਦਮ ਕਰੋ ਕਰਾਵੋ ਠਾਕੁਰ, ਮੈਂ ਤਾਂ ਉਦਮ ਕਰਾਂ ਜੇ ਤੁਸੀਂ ਬਰਕਤ ਬਖਸ਼ਿਸ਼ ਕਰੋ। ਅੱਗੇ ਬਚਨ ਹੈ ਭਈ ਨਿਰਾਸੀ ਉੱਠ ਚੱਲੀ ਚਿਤ ਬੰਦ ਨਾ ਧੀਰਾ, ਹਰ ਕੀ ਚਰਣੀ ਲਾਗ ਰਹੋ ਭਜ ਸ਼ਰਨ ਕਬੀਰਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਆਸਾਂ ਖਾਹਿਸ਼ਾਂ ਸਿਰੇ ਨਹੀਂ ਚੜ੍ਹਦੀਆਂ, ਸਾਡਾ ਮਨ ਧੀਰਜ ਨਹੀਂ ਵੜਦਾ, ਚਿਤ ਬੰਦ ਨਾ ਧੀਰਾ। ਇਸ ਕਰਕੇ ਇੱਥੋਂ ਜੀਵ ਜਿਹੜੇ ਨੇ ਉਹ ਅਜਾਈ ਚਲੇ ਜਾਂਦੇ ਹੈ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਹਰ ਕੀ ਚਰਣੀ ਲਾਗ ਰਹੋ। ਐ ਕਬੀਰ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਜਾ, ਰੱਬ ਦਾ ਆਸਰਾ ਲੈ ਲੈ। ਔਰ ਜਿਨ੍ਹਾਂ ਨੇ ਰੱਬ ਜੀ ਦਾ ਆਸਰਾ ਤੱਕਿਆ ਨਾ ਅਸਲ ਵਿੱਚ ਉਹੀ ਸੁਖੀ ਹੋਏ ਨੇ। ਸੋ ਸ਼ਹਾਦਤ ਗੁਰੂ ਕੇ ਲਾਲਾਂ ਦੀ ਇਤਨੀ ਮਹਾਨ ਹੈ ਕਿ ਵੱਡੀਆਂ ਤੋਂ ਵੱਡੀਆਂ ਸਰਕਾਰਾਂ ਨੂੰ ਹੁਣ ਮੰਨਣਾ ਪੈ ਰਿਹਾ ਹੈ। ਅੱਜ ਜ਼ਰੂਰਤ ਹੈ ਆਪਣੇ ਬੱਚਿਆਂ ਨੂੰ ਸਿੱਖੀ ਵਿੱਚ ਪਾਓ, ਸਿਧਾਂਤਾਂ ਵਿੱਚ ਪਾਓ, ਬਾਣੀ ਨਾਲ ਜੋੜੋ। ਤੇ ਜਿਹੜੇ ਕਾਰਜ ਸਾਡੀਆਂ ਕਮੇਟੀਆਂ ਦੇ ਨੇ ਬਾਖੂਬੀ ਇਹ ਕੀਤੇ ਜਾ ਰਹੇ ਹੈ। ਔਰ ਹੁਣ ਤੇ ਕਿਰਪਾ ਐਸੀ ਵਰਤੀ ਕੁਝ ਸਾਲਾਂ ਤੋਂ ਕਿ ਪਹਿਲਾਂ ਛੋਟੇ ਵੱਡੇ ਸਾਹਿਬਜ਼ਾਦਿਆਂ ਦੇ ਇਹ ਦਿਨ ਬਹੁਤਾਤ ਵਿੱਚ ਲੋਕ ਨਹੀਂ ਸਨ ਜਾਣਦੇ, ਪਰ ਹੁਣ ਸਫਰੇ ਸ਼ਹਾਦਤ ਦੇ ਨਾਂ ਤੋਂ ਹਰ ਗਲੀ ਹਰ ਮੁਹੱਲੇ ਦੇ ਗੁਰੂ ਘਰ ਵਿੱਚ ਇਹਨਾਂ ਦਿਨਾਂ ਵਾਸਤੇ ਜਜ਼ਬਾ ਪੈਦਾ ਹੋ ਗਿਆ। ਤੇ ਸਰਕਾਰਾਂ ਦੀ ਮੈਂ ਗੱਲ ਕਰ ਰਿਹਾ ਸਾਂ, ਹਿੰਦੁਸਤਾਨ ਦੀ ਸਰਕਾਰ ਨੇ ਕਰੋੜਾਂ ਸਕੂਲਾਂ ਦੇ ਬੱਚਿਆਂ ਵਾਸਤੇ ਜਿਹੜਾ ਸਿਲੇਬਸ ਤਿਆਰ ਕੀਤਾ ਹੈ ਸਾਹਿਬਜ਼ਾਦਿਆਂ ਦੇ ਜੀਵਨ ਨਾਲ ਸੰਬੰਧਿਤ। ਦੂਸਰਾ, ਹਿੰਦੁਸਤਾਨ ਦੇ ਅੰਦਰ ਜਿਤਨੀਆਂ ਭਾਸ਼ਾਵਾਂ ਨੇ ਉਹਨਾਂ ਦੇ ਅੰਦਰ ਇਤਿਹਾਸ ਦਾ ਤਰਜਮਾ ਕਰਾਇਆ ਜਾ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਜਿਹੜਾ ਕਾਰਜ ਹੈ ਇਹ ਬਹੁਤ ਜਲਦੀ ਸਿਰੇ ਚੜ੍ਹਨਾ ਹੈ। ਤੇ ਉਹ ਸਾਹਿਤ ਜਿਹੜਾ ਹੈ, ਇਤਿਹਾਸ ਜਿਹੜਾ ਹੈ ਉਹ ਬੱਚਿਆਂ ਤੱਕ, ਸਾਡੇ ਘਰਾਂ ਤੱਕ ਪਹੁੰਚੇ, ਅਦਾਰਿਆਂ ਤੱਕ ਸਰਕਾਰੀ ਪਹੁੰਚੇ, ਤਾਂ ਕਿ ਉਹਨਾਂ ਲੋਕਾਂ ਨੂੰ ਪਤਾ ਲੱਗ ਸਕੇ। ਐਵੇਂ ਨਹੀਂ ਲੋਕ ਆਖਦੇ ਕਿ ਕਿਆ ਗੋਬਿੰਦ ਸਿੰਘ ਤੇਰੀ ਤਾਰੀਫ ਕਰੂੰ ਜੋ तूने परोपकार किए, इस मुल्क को वतन की खिदमत में कहीं बाप दिया कहीं लाल दिए, ये सच है। सो गुरु प्यारेओ कोशिश करो, तकरीबन 100 करोड़ फोना वास्ते अलग अलग भाषावां दे मैसेज तैयार ने ਜਿਹੜੇ ਕਿ ਬਹੁਤ ਜਲਦੀ ਹਰ ਕਿਸੇ ਦੇ ਕੋਲ ਹੋਣਗੇ। ਇਸ ਯਤਨ ਸਰਕਾਰਾਂ ਦਾ ਹੈ, ਕਮੇਟੀ ਬੜਾ ਉਦਮ ਕਰ ਰਹੀ ਹੈ। ਸਾਡਾ ਵੀ ਆਪਣਾ ਨਿੱਜੀ ਫਰਜ਼ ਹੈ, ਅਸੀਂ ਵੀ ਆਪਣੇ ਲੈਵਲ ਤੇ ਆਪਣੇ ਪਰਿਵਾਰ ਤੇ ਚੌਗਿਰਦੇ ਨੂੰ ਗੁਰਮਤ ਇਤਿਹਾਸ ਨਾਲ ਜੋੜੀਏ ਜੀ। ਫਿਰ ਇਹ ਦਿਨ, ਇਹ ਯਾਦਾਂ ਮਨਾਉਣੀਆਂ ਸਫਲ ਹਨ। ਦਾਸ ਇੱਥੇ ਹੀ ਵਿਚਾਰ ਸੰਕੋਚਦਾ ਹੈ। ਹੋਈਆਂ ਬੇਅੰਤ ਭੁੱਲਾਂ ਲਈ ਖਿਮਾ ਦਾ ਜਾਚਕ ਹੈ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।